ਸਨਮਾਨ ਦੇ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਸਿੱਖ ਇਤਿਹਾਸ ਦੇ ਸਰੋਤਾਂ ਬਾਰੇ ਕੁਝ ਵਿਚਾਰ ਕਰਨੀ ਹੈ। ਜਿਵੇਂ ਮੈਂ ਬੇਨਤੀ ਕੱਲ ਵੀ ਕੀਤੀ ਸੀ, ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ ਜੇ ਸ਼ੁੱਧ ਰੂਪ ਵਿੱਚ ਉਹ ਕੌਮ ਦੇ ਪਾਸ ਪਹੁੰਚ ਜਾਣ। ਜੇ ਇਤਿਹਾਸ ਵਿੱਚ ਮਿਲਾਵਟ ਹੋ ਜਾਏ ਤਾਂ ਫਿਰ ਉਹ ਕੌਮ ਨੂੰ ਉੱਤੇ ਲਿਜਾਣ ਦੀ ਥਾਂ ਤੇ ਥੱਲੇ ਨੂੰ ਵੀ ਲਿਆ ਕੇ ਸੁੱਟ ਦਿੰਦੇ ਹਨ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਗੁਰਬਾਣੀ ਸਿੱਖ ਦੇ ਜੀਵਨ ਦੀ ਥੰਮੀ ਹੈ। ਬਿਲਕੁਲ ਠੀਕ ਹੈ, ਪਰ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਜਿੱਥੋਂ ਸਾਨੂੰ ਜੀਵਨ ਦੀ ਜਾਚ ਮਿਲਦੀ ਹੈ ਉਹ ਵੀ ਪੜ੍ਹਨਾ ਸਿੱਖਣਾ ਬੜਾ ਜ਼ਰੂਰੀ ਹੈ। ਤਾਂ ਸ਼ੁੱਧ ਰੂਪ ਵਿੱਚ ਪਹੁੰਚੀਆਂ ਹੋਈਆਂ ਸਿੱਖਿਆਵਾਂ, ਉਹਨਾਂ ਦੇ ਜੀਵਨ, ਉਹਨਾਂ ਦੀਆਂ ਗਥਾਵਾਂ ਸਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਲੈ ਕੇ ਜਾਂਦੀਆਂ ਹਨ। ਤਾਂ ਉਹਨਾਂ ਸਰੋਤਾਂ ਦੇ ਵਿਚਾਰ ਅਸੀਂ ਕਰ ਰਹੇ ਹਾਂ ਕਿ ਸਾਡੇ ਇਤਿਹਾਸਕ ਸਰੋਤਾਂ ਵਿੱਚ ਕਿੱਥੇ ਕਿੱਥੇ ਸਾਨੂੰ ਉਨਤਾਈਆਂ ਨਜ਼ਰ ਆਉਂਦੀਆਂ ਹਨ, ਤਦ ਕਿ ਅਸੀਂ ਉਹਨਾਂ ਉਨਤਾਈਆਂ ਨੂੰ ਇੱਕ ਪਾਸੇ ਕਰਕੇ ਬਾਕੀ ਦੇ ਇਤਿਹਾਸ ਨੂੰ ਹੰਸ ਦੀ ਬਿਰਤੀ ਵਾਂਗ ਪੁਨਛਾਨ ਕਰਕੇ ਉਹਦੇ ਤੋਂ ਸੇਧ ਲੈ ਸਕੀਏ ਔਰ ਜੋ ਮਿਲਾਵਟਾਂ, ਜੋ ਕਮੀਆਂ ਪੇਸ਼ੀਆਂ ਉਸ ਇਤਿਹਾਸ ਦੀਆਂ ਹਨ ਉਹਨੂੰ ਇੱਕ ਪਾਸੇ ਕਰ ਦਈਏ। ਇਹ ਸੇਵਾ ਨਿਭਾ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ। ਪਿਛਲੇ ਹਫ਼ਤੇ ਅਸੀਂ ਸ਼ੁਰੂ ਕੀਤਾ ਸੀ ਸ਼੍ਰੀ ਗੁਰੂ ਸੋਭਾ ਸੈਨਾਪਤੀ ਦੇ ਜੋ ਰਚਨਾ ਹੈ ਉਹਦੀ ਵਿਚਾਰ। ਅੱਜ ਉਸੇ ਵਿਚਾਰ ਨੂੰ ਅਸੀਂ ਅੱਗੇ ਤੋਰਦੇ ਹਾਂ ਸਿੱਖ ਇਤਿਹਾਸ ਦੇ ਸਰੋਤ ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਅਸੀਂ ਪਿਛਲੇ ਹਫ਼ਤੇ ਇੱਕ ਸੈਸ਼ਨ ਸ੍ਰੀ ਗੁਰੂ ਸੋਭਾ ਦੇ ਬਾਰੇ ਇੰਟਰੋਡਕਟਰੀ ਅਸੀਂ ਗੱਲ ਕੀਤੀ ਸੀ ਤੇ ਥੋੜੀ ਵਿਚਾਰ ਕੀਤੀ ਸੀ ਇਸ ਪੁਸਤਕ ਬਾਰੇ ਕਿ ਇਹਦੇ ਲੇਖਕ ਬਾਰੇ, ਕਿ ਕੌਣ ਹੈ, ਕਿੱਥੇ ਰਹਿੰਦਾ ਸੀ, ਕੀ ਕਰਦਾ ਸੀ, ਇਹਦਾ ਗੁਰੂ ਸਾਹਿਬ ਨਾਲ ਕੀ ਸੰਬੰਧ ਸੀ ਇਤਿਹਾਦਕ। ਇਹ ਸਾਰੀਆਂ ਗੱਲਾਂ ਆਪਾਂ ਕਰ ਚੁੱਕੇ ਹਾਂ ਤੇ ਕੁਝ ਵਿਦਵਾਨਾਂ ਦੀ ਰਾਏ ਇਸ ਪੁਸਤਕ ਦੇ ਬਾਰੇ ਜੋ ਸੀ ਉਹ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ। ਅੱਜ ਅਸੀਂ ਇਸ ਤੋਂ ਅੱਗੇ ਤੁਰਨਾ ਹੈ। ਤੋਂ ਮੈਂ ਜੋ ਇੰਟਰੋਡਕਸ਼ਨ ਵਿੱਚ ਅਸੀਂ ਡਿਸਕਸ ਕੀਤਾ ਸੀ ਉਹਦੇ ਵਿੱਚੋਂ ਕੁਝ ਕੁ ਪੁਆਇੰਟ ਆਪ ਜੀ ਨਾਲ ਲੜੀ ਜੋੜਨ ਲਈ ਦੁਬਾਰਾ ਮੈਂ ਆਪ ਜੀ ਨਾਲ ਗੱਲ ਕਰ ਰਿਹਾ। ਪਹਿਲੀ ਗੱਲ ਸਾਨੂੰ ਇਹ ਯਾਦ ਰਹਿਣੀ ਚਾਹੀਦੀ ਹੈ ਕਿ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖੀ ਗਈ, ਉਹਨਾਂ ਦੇ ਜੀਵਨ ਤੇ ਉਹਨਾਂ ਦੀ ਸ਼ੋਭਾ ਦੇ ਬਾਰੇ ਲਿਖੀ ਗਈ ਇੱਕੋ ਇੱਕ ਸਮਕਾਲੀ ਪੁਸਤਕ ਅਸੀਂ ਕਹਿ ਸਕਦੇ ਹਾਂ। ਤੇ ਇਹ ਉਹ ਪਹਿਲੀ ਪੁਸਤਕ ਵੀ ਹੈ ਜਿਹੜੀ ਕਿ ਗੁਰੂ ਸਾਹਿਬ ਦੇ ਹੀ ਨਾਲ ਸੰਬੰਧਿਤ ਕਿਸੇ ਸਿੱਖ ਵੱਲੋਂ ਲਿਖੀ ਗਈ ਹੋਵੇ। ਹਾਲਾਂਕਿ ਅਸੀਂ ਕਹਿ ਸਕਦੇ ਹਾਂ ਕਿ ਭਾਈ ਨੰਦ ਲਾਲ ਜੀ ਨੇ ਵੀ ਬਹੁਤ ਕੁਝ ਲਿਖਿਆ ਹੈ, ਪਰ ਉਹਨਾਂ ਨੇ ਜੀਵਨੀ ਦੇ ਰੂਪ ਵਿੱਚ ਨਹੀਂ ਲਿਖਿਆ, ਤਾਂ ਅਸੀਂ ਇਹਨੂੰ ਇੱਕ ਵੱਖਰੀ ਕੈਟਾਗਰੀ ਸਮਝ ਕੇ ਕਹਿ ਸਕਦੇ ਹਾਂ ਕਿ ਇਹ ਪਹਿਲੀ ਪੁਸਤਕ ਹੈ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਸਿੱਖ ਵੱਲੋਂ ਲਿਖੀ ਗਈ ਹੋਵੇ। ਉਹਦੀ ਵਿਲੱਖਣਤਾ ਇਹ ਹੈ ਕਿ ਉਹ ਦਰਬਾਰ ਦੇ ਵਿੱਚ ਰਿਹਾ ਇੱਕ ਕਵੀ ਵਜੋਂ, ਇੱਕ ਲਿਖਾਰੀ ਵਜੋਂ, ਤੇ ਉਹਨੂੰ ਗੁਰੂ ਸਾਹਿਬ ਦੇ ਆਪਣੇ ਜੀਵਨ ਦੇ ਬਾਰੇ, ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨੂੰ ਖੁਦ ਨੂੰ ਨਿੱਜੀ ਜਾਣਕਾਰੀ ਹੈ, ਉਹਨਾਂ ਦੀ ਸ਼ਖਸੀਅਤ ਦੇ ਨਾਲ ਉਹਦਾ ਸੰਪਰਕ ਰਿਹਾ। ਤਾਂ ਉਹਦਾ ਜੋ ਨਿੱਜੀ ਤੇ ਅਨੁਭਵੀ ਬਿਰਤਾਂਤ ਅਸੀਂ ਇਸ ਪੁਸਤਕ ਨੂੰ ਕਹਿ ਸਕਦੇ ਹਾਂ। ਇਹ ਨਹੀਂ ਹੈ ਕਿ ਉਹਨੇ ਕਿਸੇ ਕੋਲੋਂ ਸੁਣ ਕੇ ਲਿਖਿਆ ਹੈ, ਜਿਵੇਂ ਅਸੀਂ ਗੁਰਬਿਲਾਸਾਂ ਦੇ ਬਾਰੇ ਪੜ੍ਹਦੇ ਹਾਂ ਜਾਂ ਈਵਨ ਜਨਮ ਸਾਖੀਆਂ ਦੇ ਬਾਰੇ ਵੀ ਪੜ੍ਹਦੇ ਹਾਂ
ਕਿ ਉਹਨਾਂ ਦੀ ਰਚਨਾ ਜਿਹੜੇ ਗੁਰੂ ਸਾਹਿਬਾਨ ਦੇ ਬਾਰੇ ਉਹ ਲਿਖੇ ਗਏ, ਉਹਨਾਂ ਦੇ ਜੀਵਨ ਕਾਲ ਤੋਂ ਕੋਈ ਤਕਰੀਬਨ 100 ਸਾਲ ਜਾਂ ਉਸ ਤੋਂ ਵੱਧ ਸਮੇਂ ਬਾਅਦ ਲਿਖੀਆਂ ਗਈਆਂ। ਇਹ ਪੁਸਤਕ ਦੀ ਬੜੀ ਵਿਲੱਖਣਤਾ ਹੈ ਕਿ ਇੱਕ ਐਸੇ ਲਿਖਾਰੀ ਵੱਲੋਂ ਲਿਖੀ ਗਈ, ਜਿਹੜਾ ਉਹਦਾ ਨਿੱਜੀ ਅਨੁਭਵ ਸੀ, ਉਹਦੇ ਉੱਤੇ ਆਧਾਰਿਤ ਕਰਕੇ ਇਹਨੇ ਲਿਖੀ। ਬਹੁਤ ਵਿਦਵਾਨ ਹੈ ਲਿਖਾਰੀ, ਉਹਦੇ ਗਿਆਨ ਦਾ ਘੇਰਾ ਬੜਾ ਵਿਸ਼ਾਲ ਹੈ। ਜਿਸ ਤਰ੍ਹਾਂ ਦੀਆਂ ਉਹਨੇ 2 ਹੋਰ ਪੁਸਤਕਾਂ ਸਾਨੂੰ ਮਿਲਦੀਆਂ ਹਨ ਉਹਦੀਆਂ ਲਿਖੀਆਂ, ਉਹਦੇ ਤੋਂ ਅਸੀਂ ਅੰਦਾਜ਼ਾ ਲਗਾਇਆ ਸੀ ਕਿ ਉਹਨੂੰ ਉਸ ਵਕਤ ਦੇ ਧਾਰਮਿਕ ਸਾਹਿਤ ਬਾਰੇ, ਖਾਸ ਕਰ ਸਨਾਤਨੀ ਸਾਹਿਤ ਦੇ ਬਾਰੇ ਕਾਫੀ ਜਾਣਕਾਰੀ ਹੋਵੇਗੀ, ਕਿਉਂਕਿ ਉਹ ਸੰਸਕ੍ਰਿਤ ਦਾ ਵੀ ਇੱਕ ਵਿਦਵਾਨ ਸੀ। ਉਹਨੇ ਗੁੜ ਸੰਸਕ੍ਰਿਤ ਦੀ ਇੱਕ ਪੁਸਤਕ ਦਾ ਬ੍ਰਿਜ ਭਾਸ਼ਾ ਦੇ ਵਿੱਚ ਅਨੁਵਾਦ ਵੀ ਕੀਤਾ ਸੀ। ਤੋ ਇਸ ਕਰਕੇ ਉਹਦਾ ਗਿਆਨ ਸਨਾਤਨ ਮਤ ਦੇ ਬਾਰੇ ਕਾਫੀ ਹੋਵੇਗਾ। ਪਰ ਇਸ ਪੁਸਤਕ ਦੀ ਵਿਲੱਖਣਤਾ ਹੈ ਕਿ ਸਾਰੇ ਗਿਆਨ ਜਿਹੜਾ ਹੈ ਉਹਦਾ, ਉਹ ਇਸ ਪੁਸਤਕ ਦੇ ਉੱਤੇ ਕਿਤੇ ਵੀ ਸਾਨੂੰ ਸਿੱਖੀ ਸਿਧਾਂਤਾਂ ਉੱਤੇ ਭਾਰੂ ਹੁੰਦਾ ਨਹੀਂ ਦਿਸਦਾ। ਤੇ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ। ਤੇ ਗੁਰੂ ਸਾਹਿਬ ਦਾ ਉਹ ਸ਼ਰਧਾਲੂ ਸੀ, ਸ਼ਰਧਾ ਦੇ ਵਿੱਚ ਉਹਨੇ ਬਹੁਤ ਕੁਝ ਇਹਦੇ ਵਿੱਚ ਲਿਖਿਆ। ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਦੇ ਗੁਰੂ ਸਾਹਿਬ ਦੇ ਬਾਰੇ ਕੀ ਭਾਵਨਾ ਸੀ, ਔਰ ਗੁਰੂ ਸਾਹਿਬ ਦੇ ਕੌਤਕਾਂ ਦੇ ਬਾਰੇ ਉਹਨੇ ਜੋ ਲਿਖਿਆ ਹੈ, ਜੋ ਉਹਨਾਂ ਨੇ ਇਸ ਜਗਤ ਦੇ ਵਿੱਚ ਸਾਡੇ ਉੱਤੇ ਪਰਉਪਕਾਰ ਕਰਕੇ ਜੋ ਕੌਤਕ ਕੀਤੇ ਤੇ ਉਹਨਾਂ ਨੇ ਜੋ ਵਿਚਾਰ ਦਿੱਤੇ, ਉਹਨਾਂ ਦੇ ਉੱਤੇ ਹੀ ਆਧਾਰਿਤ ਉਹਨੇ ਆਪਣੀ ਵਿਆਖਿਆ ਕੀਤੀ ਹੈ। ਔਰ ਇੱਕ ਚੰਗਾ ਵਿਆਖਿਆਕਾਰ ਸਾਨੂੰ ਨਜ਼ਰ ਆਉਂਦਾ ਹੈ, ਕਦੇ ਵੀ ਸਿੱਖੀ ਸਿਧਾਂਤਾਂ ਤੋਂ ਥਿੜਕਦਾ ਨਹੀਂ ਹੈ। ਤੇ ਇਸ ਪੁਸਤਕ ਦਾ ਨਾਮ ਵੀ ਸਾਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਕਿ ਸ੍ਰੀ ਗੁਰੂ ਸੋਭਾ ਰੱਖਿਆ, ਤੇ ਇਹ ਬੜਾ ਢੁਕਵਾਂ ਨਾਮ ਹੈ ਇਸ ਪੁਸਤਕ ਲਈ। ਅਸਲ ਦੇ ਵਿੱਚ ਇਹ ਜੋ ਸਾਰੀ ਪੁਸਤਕ ਹੈ, ਉਹ ਗੁਰੂ ਸਾਹਿਬ ਦੇ ਬਾਰੇ ਲਿਖਿਆ ਗਿਆ ਇੱਕ ਕਿਸਮ ਦਾ ਸ਼ੋਭਾ ਗ੍ਰੰਥ ਹੀ ਹੈ, ਜਿਹਨੂੰ ਅੱਜ ਕੱਲ ਅਸੀਂ ਕੋਈ ਸ਼ਤਾਬਦੀਆਂ ਮਨਾਉਣ ਲੱਗੇ ਹਾਂ ਵਿਦਵਾਨਾਂ ਦੇ ਬਾਰੇ, ਜਿਵੇਂ ਅਭਿਨੰਦਨ ਗ੍ਰੰਥ ਕਿਹਾ ਜਾਂਦਾ ਹੈ। ਉਹਨਾਂ ਦੀ ਸ਼ੋਭਾ ਕਰਨ ਬਾਰੇ ਵੱਖੋ ਵੱਖਰੀਆਂ ਹਸਤੀਆਂ ਦੇ ਅਸੀਂ ਵਿਚਾਰ ਉਹਦੇ ਵਿੱਚ ਲਿਖਦੇ ਹਾਂ। ਤਾਂ ਉਸੇ ਹੀ ਤਰਜ਼ ਦਾ ਇਹ ਗੁਰੂ ਸਾਹਿਬ ਦੀ ਸ਼ੋਭਾ ਨੂੰ ਉਜਾਗਰ ਕਰਨ ਵਾਲਾ ਗ੍ਰੰਥ ਹੈ। ਤੇ ਉਹਨੇ ਬਹੁਤ ਸਾਰੇ ਢੰਗਾਂ ਦੇ ਨਾਲ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਸ਼ੋਭਾ ਦਾ ਗਾਇਨ ਕੀਤਾ ਹੈ। ਤੇ ਜਦੋਂ ਉਹਨੇ ਗਾਇਨ ਕੀਤਾ ਹੈ ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਦਾ ਵੀ ਨਾਲ ਆ ਜਾਣਾ ਇੱਕ ਕੁਦਰਤੀ ਵਰਤਾਰਾ ਹੈ। ਇਸੇ ਕਰਕੇ ਹੀ ਇਹ ਸਾਡੇ ਵਾਸਤੇ ਹੋਰ ਵੈਲਿਊਏਬਲ ਹੋ ਜਾਂਦੀ ਹੈ, ਕਿਉਂਕਿ ਉਹਨੇ ਪੁਸਤਕ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਸੇ ਕਰਕੇ ਇਹ ਇਤਿਹਾਸਕ ਸਰੋਤ ਵੀ ਸਾਡਾ ਬਣ ਗਿਆ ਹੈ। ਤੇ ਆਮ ਤੌਰ ਤੇ ਅਸੀਂ ਇਹਨੂੰ ਸਿਰਫ ਇੱਕ ਇਤਿਹਾਸਕ ਸਰੋਤ ਹੀ ਸਮਝ ਲੈਂਦੇ ਹਾਂ, ਜਦਕਿ ਇਹਦਾ ਦੂਜਾ ਪੱਖ ਜਿਹੜਾ ਸਿੱਖੀ ਦਾ, ਗੁਰਮਤ ਦਾ ਜਾਂ ਰਹਿਤ ਦਾ, ਉਹ ਵਿਆਖਿਆ ਦਾ ਪੱਖ ਵੀ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ। ਤੇ ਅਸੀਂ ਅੱਗੇ ਪਹਿਲਾਂ ਜ਼ਿਕਰ ਕੀਤਾ ਹੈ ਕਿ ਇਤਿਹਾਸਕ ਪੁਸਤਕ ਦੇ ਤੌਰ ਤੇ ਇਹਦੀ ਮਹੱਤਤਾ ਸਾਰੇ ਸਮਝਦੇ ਹਨ। ਗੁਰਬਿਲਾਸ ਪਾਤਸ਼ਾਹੀ 10ਵੀਂ 2 ਲੇਖਕਾਂ ਨੇ ਲਿਖੇ ਵੱਖੋ ਵੱਖਰੇ, ਤੇ ਉਹਨਾਂ ਦੋਵਾਂ ਦੇ ਕੋਲ ਇਹ ਪੁਸਤਕ ਮੌਜੂਦ ਸੀ। ਇਹ ਵਿਦਵਾਨਾਂ ਨੇ ਬਿਲਕੁਲ ਸਪਸ਼ਟ ਸਾਨੂੰ ਨਿਰਣਾ ਕਰਕੇ ਦਿੱਤਾ ਹੈ, ਕਿਉਂਕਿ ਉਹਨਾਂ ਨੇ ਕਈ ਵਾਕਿਆ ਇਨ ਬਿਨ ਜੋ ਇਹਨਾਂ ਨੇ ਲਿਖੇ ਹਨ ਉਸੇ ਤਰ੍ਹਾਂ ਹੀ ਲਿਖੇ ਹਨ, ਤੇ ਕਈ ਥਾਵਾਂ ਤੇ ਤਾਂ ਸ਼ਬਦਾਵਲੀ ਵੀ ਉਹਨਾਂ ਨੇ ਉੱਥੋਂ ਹੀ ਚੁੱਕ ਕੇ ਲਿਖੀ ਹੈ। ਤਾਂ ਉਸ ਤੋਂ ਪ੍ਰੂਵ ਹੁੰਦਾ ਹੈ ਕਿ ਉਹਨਾਂ ਵਿਦਵਾਨਾਂ ਦੇ ਕੋਲ ਇਹ ਪੁਸਤਕ ਮੌਜੂਦ ਸੀ। ਤੋ ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸ਼ੁਰੂ ਤੋਂ ਹੀ ਇਹ ਜਿਹੜੀ ਪੁਸਤਕ ਹੈ ਇਹਦੀ ਮਹੱਤਤਾ ਰਹੀ ਹੈ। ਔਰ ਇਤਿਹਾਸਕ ਪੱਖ ਜਿਹਦੇ ਬਾਰੇ ਆਪਾਂ ਚਰਚਾ ਕਰਨੀ ਹੈ ਹੁਣ ਅੱਜ, ਉਸ ਪੱਖ ਤੋਂ ਵੀ ਬਹੁਤ ਸਾਰੇ ਲੋਕਾਂ ਨੇ ਇਹਨੂੰ ਕੰਸਲਟ ਕਰਕੇ ਇਤਿਹਾਸ ਲਿਖਿਆ। ਤੇ ਜਿਹੜਾ ਦੂਜਾ ਪੱਖ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਸਿਧਾਂਤਕ ਪੱਖ, ਉਹ ਆਪਣੇ ਆਪ ਦੇ ਵਿੱਚ ਕਾਫੀ ਮਹੱਤਵਪੂਰਨ ਹੈ, ਇੱਕ ਬੜਾ ਇੰਪੋਰਟੈਂਟ ਦਸਤਾਵੇਜ਼ ਹੈ ਇਹ ਕਿਤਾਬ, ਤੇ ਉਹਦੇ ਬਾਰੇ ਵੱਖਰੇ ਤੌਰ ਤੇ ਵਿਚਾਰ ਕਰਨੀ ਬਣਦੀ ਹੈ। ਤਾਂ ਅੱਜ ਅਸੀਂ ਇਸ ਪੁਸਤਕ ਨੂੰ ਜਿਹੜਾ ਇੱਕ ਇਤਿਹਾਸਕ ਪੱਖ ਤੋਂ ਹੀ ਇਹਦੇ ਬਾਰੇ ਵਿਚਾਰ ਕਰਾਂਗੇ, ਕੋਸ਼ਿਸ਼ ਕਰਾਂਗੇ ਜਿੰਨੀ ਵੱਧ ਤੋਂ ਵੱਧ ਹੋ ਜਾਏ। ਤੇ ਇਹਦੇ ਵਾਸਤੇ ਅਸੀਂ ਮਦਦ ਕੁਝ ਵਿਦਵਾਨਾਂ ਦੀਆਂ ਰਚਨਾਵਾਂ ਦੀ ਲੈ ਰਹੇ ਹਾਂ, ਜਿਵੇਂ ਕਿ ਪਹਿਲਾਂ ਮੈਂ ਨਾਮ ਲੈ ਚੁੱਕਾ ਹਾਂ, ਸ਼ਮਸ਼ੇਰ ਸਿੰਘ ਜੀ ਅਸ਼ੋਕ, ਡਾਕਟਰ ਗੁਰਬਚਨ ਸਿੰਘ ਨਈਅਰ, ਡਾਕਟਰ ਗੰਡਾ ਸਿੰਘ ਤੇ ਗਿਆਨੀ ਸੋਹਣ ਸਿੰਘ ਸੀਤਲ, ਇਹਨਾਂ ਸਾਰਿਆਂ ਨੇ ਲਿਖਿਆ ਹੈ। ਤੇ ਅੱਜ ਅਸੀਂ ਬਹੁਤੀ ਮਦਦ, ਕਿਉਂਕਿ ਇਤਿਹਾਸ ਦਾ ਪੱਖ ਕਰਨਾ, ਅਸੀਂ ਡਾਕਟਰ ਗੰਡਾ ਸਿੰਘ ਦੇ ਜੋ ਕਮੈਂਟਸ ਨੇ ਉਹਨਾਂ ਤੋਂ ਕਾਫੀ ਮਦਦ ਲਵਾਂਗੇ। ਨਾਲ ਹੀ ਇਹਦੀ ਇੱਕ ਇੰਗਲਿਸ਼ ਟ੍ਰਾਂਸਲੇਸ਼ਨ ਜਿਹੜੀ ਹੈ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਵੱਲੋਂ ਪ੍ਰੋਫੈਸਰ ਕੁਲਵੰਤ ਸਿੰਘ ਨੇ ਕੀਤੀ ਹੈ। ਉਹਨਾਂ ਨੇ ਵੀ ਜੋ ਆਪਣੇ ਵਿਚਾਰ ਭੂਮਿਕਾ ਦੇ ਵਿੱਚ ਪ੍ਰਗਟਾਏ ਹਨ ਉਹ ਬੜੇ ਮਹੱਤਵਪੂਰਨ, ਉਹਨਾਂ ਤੋਂ ਵੀ ਅਸੀਂ ਕੁਛ ਨਾ ਕੁਛ ਮਦਦ ਇਸ ਸਾਰੀ ਡਿਸਕਸ਼ਨ ਦੇ ਵਿੱਚ ਲੈਂਦੇ ਰਵਾਂਗੇ।
ਤੋ ਇਹ ਸਾਰੇ ਵਿਦਵਾਨਾਂ ਦੀ ਰਾਏ ਨੂੰ ਮੈਂ ਇੱਕ ਕਿਸਮ ਨਾਲ ਆਪ ਜੀ ਦੇ ਸਾਹਮਣੇ ਸਮਰਾਈਜ਼ ਕਰਕੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਤੇ ਹੁਣ ਅਸੀਂ ਅੱਜ ਆਪਾਂ ਇਤਿਹਾਸਕ ਪੱਖ ਜਿਹੜਾ ਹੈ ਉਹਦੀ ਵਿਚਾਰ ਸ਼ੁਰੂ ਕਰਦੇ ਹਾਂ। ਕਵੀ ਜੀ ਨੇ ਇਸ ਪੁਸਤਕ ਨੂੰ 20 ਅਧਿਆਇਆਂ ਦੇ ਵਿੱਚ ਵੰਡਿਆ ਹੈ। ਅਸੀਂ ਅਧਿਆਏ ਕਹਿੰਦੇ ਹਾਂ, ਉਹਨਾਂ ਨੇ ਇਹ ਲਫ਼ਜ਼ ਵਰਤਿਆ ਹੈ, ਹਰ ਚੈਪਟਰ ਦੇ ਅਖੀਰ ਦੇ ਉੱਤੇ ਧਿਆਏ ਲਫ਼ਜ਼ ਉਹਨਾਂ ਨੇ ਲਿਖਿਆ ਹੈ। ਤੋ ਧਿਆਏ ਕਹਿੰਦੇ ਹਨ ਉਹਨੂੰ। ਤੋ ਹਰ ਧਿਆਏ ਦੇ ਅੰਤ ਉੱਤੇ ਉਹਨਾਂ ਨੇ ਹਰ ਧਿਆਏ ਦਾ ਜੋ ਮੁੱਖ ਭਾਵ ਉਹਨਾਂ ਨੇ ਸਾਨੂੰ ਦੱਸਣਾ ਚਾਹਿਆ ਹੈ, ਉਹਦਾ ਨਾਮ ਦਿੱਤਾ ਹੈ। ਤੇ ਉਹ ਨਾਮ ਜਿਹੜੇ ਹਨ ਬੜੇ ਕਾਵਿਕ ਤਰੀਕੇ ਨਾਲ ਦਿੱਤੇ ਹਨ, ਪਰ ਨਾਲ ਹੀ ਕਵੀ ਜੀ ਦੀ ਸੋਚ ਬਾਰੇ ਵੀ ਦੱਸ ਦਿੰਦੇ ਹਨ ਕਿ ਉਹ ਉਸ ਚੈਪਟਰ ਨੂੰ, ਉਸ ਧਿਆਏ ਨੂੰ ਲਿਖਣ ਪਿੱਛੇ ਉਹ ਕੀ ਸਾਨੂੰ ਦੱਸਣਾ ਚਾਹੁੰਦੇ ਸੀ। ਤੋ ਪਹਿਲਾ ਧਿਆਏ ਜਿਹੜਾ ਹੈ ਉਹ ਸਿਰਫ ਭੂਮਿਕਾ ਦੇ ਤੌਰ ਤੇ ਹੀ ਲਿਖਿਆ ਹੈ, ਪਰ ਇਹਦਾ ਨਾਮ ਦਿਲਚਸਪ ਹੈ। ਜੋ ਕਵੀ ਜੀ ਨੇ ਲਿਖਿਆ ਹੈ, ਉਹਨਾਂ ਨੇ ਨਾਮ ਲਿਖਿਆ ਹੈ ਪੰਥ ਪ੍ਰਗਾਸ। ਇਹ ਜਿਹੜਾ ਧਿਆਏ ਹੈ ਇਹ ਵੀ ਬਚਿੱਤਰ ਨਾਟਕ ਦੀ ਸ਼ੈਲੀ ਦੇ ਵਿੱਚ ਹੀ ਸ਼ੁਰੂ ਹੁੰਦਾ ਹੈ। ਕਿ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਕਿ ਉਹ ਉਦੇਸ਼ ਜਿਹੜਾ ਹੈ, ਜੀਵਨ ਉਦੇਸ਼ ਸਤਿਗੁਰੂ ਜੀ ਦਾ, ਉਹ ਦੱਸਣ ਦੀ ਇਹਨੇ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਆਪਣੇ ਢੰਗ ਨਾਲ ਕੀਤੀ ਹੈ, ਪਰ ਸ਼ੈਲੀ ਉਸ ਤਰ੍ਹਾਂ ਦੀ ਹੈ ਜਿਵੇਂ ਬਚਿੱਤਰ ਨਾਟਕ ਵਿੱਚ ਜਿਹੜੀ ਹੈ ਉਹ ਦੱਸੀ ਗਈ ਹੈ। ਮੈਂ ਉਹਦੇ ਕੁਝ ਕੁ ਬੰਦ ਆਪ ਜੀ ਦੇ ਨਾਲ ਸਾਂਝੇ ਜ਼ਰੂਰ ਕਰਨੇ ਚਾਹਾਂਗਾ। ਆਪ ਜੀ ਨੂੰ ਆਪ ਕਹਿੰਦੇ ਹਨ ਕਿ ਪਰਮਾਤਮਾ ਦਾ ਗੁਰੂ ਜੀ ਨੂੰ ਇਉਂ ਹੁਕਮ ਹੋਇਆ ਕਿ ਤੇ ਬਖਸ਼ੀਸ਼ ਕਰੀ ਕਰਤਾਰਮ ਪ੍ਰਭ ਬਾਕ ਇਮ ਕਹੋ ਵਿਚਾਰੰ, ਤੁਮ ਮੇਰਾ ਇੱਕ ਪੰਥ ਚਲਾਵੋ ਸੁਮ ਦੇ ਲੋਗਨ ਸਮਝਾਵੋ। ਤੇ ਫਿਰ ਅੱਗੇ ਕਹਿੰਦੇ ਹਨ, ਜਿਤੇ ਸਰਬ ਭੇਖੰ ਤਿਤੇ ਸਰਬ ਭੇਖੰ, ਨਾ ਪਾਸੋਂ ਅਲੇਖੰ ਯਹ ਬਾਤ ਦੇਖੰ, ਜਿਤੇ ਮੈਂ ਪਠਾਏ ਸੋ ਆਪੀ ਕਹਾਏ, ਕਹੀ ਬਾਤ ਸਾਚੇ ਨਾ ਐਸੀ ਸੋ ਐਸੀ ਨਾ ਮਾਚੇ, ਤੁਝੇ ਜੋ ਬਣਾਇਆ ਸੋ ਇਹੀ ਉਪਾਇਆ, ਕਰੋ ਪੰਥ ਮੇਰਾ ਧਰਮ ਕਾਜ ਕੇਰਾ, यह कह पठायो तबै शिष्ट आयो, भये के सतारी धरी फेर सारी। ਹੁਣ ਇਹ ਆਪਾਂ ਅੰਦਾਜ਼ਾ ਲਾਈਏ ਕਿ ਗੁਰੂ ਸਾਹਿਬ ਦੇ ਬਾਰੇ ਲਿਖਣ ਤੋਂ ਪਹਿਲਾਂ ਉਹ ਵਿਆਖਿਆ ਕਰ ਰਿਹਾ ਹੈ, ਚੈਪਟਰ ਦਾ ਨਾਮ ਰੱਖ ਰਿਹਾ ਹੈ ਪੰਥ ਪ੍ਰਗਾਸ, ਤੇ ਇਹ ਗੱਲਾਂ ਉਹਦੇ ਚ ਲਿਖ ਰਿਹਾ। ਤੇ ਅੰਤ ਉੱਤੇ ਜਾ ਕੇ ਲਿਖਦਾ, ਭਏ ਸਿੰਘ ਸੂਰੇ ਕੀਏ ਕਾਜ ਪੂਰੇ, ਅਚਲ ਨੀਂਹ ਡਾਰੀ ਟਰੈਗੀ ਨਾ ਟਾਰੀ, यह बात जान जानो हृदय साच आनो, कियो पंथ ऐसा कयो आप तैसा, छपै ना छपाया घटै ना घटाया, दिनों दिन सवाया सो डंका वजया। ਕਹਿਣ ਤੋਂ ਭਾਵ ਇਹ ਹੈ ਕਿ ਕਵੀ ਦੀ ਨਜ਼ਰ ਦੇ ਵਿੱਚ ਜੋ ਅਸੀਂ ਇਉਂ ਕਹਿ ਲਈਏ ਕਿ ਸ਼ੈਲੀ ਉਹਨੇ ਉਹੀ ਵਰਤੀ ਹੈ, ਪਰ ਇਹਨਾਂ ਦੋਨਾਂ ਚੀਜ਼ਾਂ ਤੋਂ, ਨਾਮ ਤੋਂ ਵੀ ਔਰ ਜੋ ਉਹਨੇ ਲਿਖਿਆ ਉਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਹਨੇ ਗੁਰੂ ਸਾਹਿਬ ਦੇ ਜੀਵਨ ਦਾ ਉਦੇਸ਼ ਜਿਹੜਾ ਹੈ ਉਹ ਪੰਥ ਪ੍ਰਗਾਸ ਕਰਨਾ ਹੀ ਦੱਸਿਆ ਹੈ, ਕਿ ਇਹ ਪੰਥ ਪ੍ਰਗਟਾਉਣ ਵਾਸਤੇ ਹੀ ਸਤਿਗੁਰੂ ਜੀ ਦਾ ਜੀਵਨ ਉਦੇਸ਼ ਸੀ। ਉਹਨਾਂ ਦੀ ਪੂਰੀ ਜੀਵਨ ਕਥਾ ਨੂੰ ਸਾਨੂੰ ਇਸੇ ਨਜ਼ਰ ਨਾਲ ਹੀ ਦੇਖ ਕੇ ਜਿਹੜਾ ਹੈ ਉਹ ਆਪਾਂ ਵਿਚਾਰ ਕਰਾਂਗੇ। ਤੇ ਇਹਦੇ ਬਾਰੇ ਜੋ ਪਹਿਲੇ ਚੈਪਟਰ ਵਿੱਚ ਕੁਝ ਹੋਰ ਗੱਲਾਂ ਨੇ ਸਿਧਾਂਤਕ ਤੌਰ ਤੇ, ਉਹਨਾਂ ਨੂੰ ਹਾਲੇ ਫਿਲਹਾਲ ਅਸੀਂ ਛੱਡਦੇ ਹਾਂ ਤੇ ਅੱਗੇ ਤੁਰਦੇ ਹਾਂ ਉਹਦੇ ਬਾਰੇ। ਅੱਗੋਂ ਜਦੋਂ ਸਿਧਾਂਤਕ ਪੱਖ ਨੂੰ ਵਿਚਾਰਾਂਗੇ ਤੇ ਉਹਦੇ ਵਿੱਚੋਂ ਗੱਲ ਕਰਾਂਗੇ। ਇਸ ਤੋਂ ਬਾਅਦ ਉਹ ਸਿੱਧਾ ਹੀ ਆਪਾਂ ਇਸ ਤੋਂ ਵੀ ਅੰਦਾਜ਼ਾ ਲਗਾਈਏ ਕਿ ਕਵੀ ਦੀ ਅਪਰੋਚ ਕੀ ਹੈ ਲਿਖਣ ਲੱਗਿਆ। ਅਗਲੇ ਦੂਜਾ, ਤੀਜਾ ਤੇ ਚੌਥਾ ਅਧਿਆਏ ਉਹ ਗੁਰੂ ਸਾਹਿਬ ਦੇ ਯੁੱਧਾਂ ਦੇ ਬਾਰੇ ਜਿਹੜਾ ਹੈ ਉਹ ਲਿਖਦਾ ਹੈ। ਹੁਣ ਉਹ ਜਿਹੜਾ ਦੂਜਾ ਚੈਪਟਰ ਹੈ ਉਹਦਾ ਨਾਮ ਵੀ ਜਿਹੜਾ ਉਹ ਲਿਖਦਾ ਹੈ, ਉਹ ਉਸ ਤੋਂ ਸਮਝ ਲੱਗ ਜਾਂਦੀ ਹੈ ਕਿ ਗੁਰੂ ਸਾਹਿਬ ਦੇ ਜੀਵਨ ਦਾ ਕਿਹੜਾ ਪੱਖ ਸਾਡੇ ਸਾਹਮਣੇ ਉਜਾਗਰ ਕਰਨਾ ਚਾਹੁੰਦਾ ਹੈ। ਉਹਦਾ ਉਹਨੇ ਅੰਤ ਉੱਤੇ ਨਾਮ ਦਿੱਤਾ ਹੈ, ਅਧਿਆਏ ਦਾ ਨਾਮ ਦਿੱਤਾ ਹੈ ਤੇਗ ਪ੍ਰਕਾਸ਼, ਭਾਵ ਗੁਰੂ ਸਾਹਿਬ ਦੀ ਖੜਕ ਦਾ ਪ੍ਰਕਾਸ਼ ਹੋ ਗਿਆ। ਤੇ ਲਿਖਦਾ ਹੈ ਸ਼ਾਹ ਸੰਗਰਾਮ ਯੁੱਧ ਵਰਣਨ। ਨਾਲ ਇਸ ਤੋਂ ਇਹ ਵੀ ਪ੍ਰਗਟ ਹੋ ਜਾਂਦਾ ਹੈ ਕਿ ਉਹ ਇਸ ਯੁੱਧ ਨੂੰ, ਭੰਗਾਣੀ ਦੇ ਯੁੱਧ ਨੂੰ, ਸ਼ਾਹ ਸੰਗਰਾਮ ਭਾਈ ਸੰਗੂ ਸ਼ਾਹ ਜੀ ਨੂੰ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸ਼ਾਹ ਸੰਗਰਾਮ ਦਾ ਖਿਤਾਬ ਦਿੱਤਾ ਸੀ ਸ਼ਹੀਦ ਹੋਣ ਤੋਂ ਪਿੱਛੋਂ, ਉਹਨਾਂ ਦੇ ਬਾਰੇ ਉਹ ਉਹਨਾਂ ਦੇ ਨਾਲ ਇਹਨੂੰ ਰਿਲੇਟ ਕਰਕੇ ਲਿਖਦਾ ਹੈ ਕਿ ਉਹ ਉਸ ਯੁੱਧ ਦੇ ਇੱਕ ਕਿਸਮ ਨਾਲ ਉਹਨਾਂ ਨੂੰ ਹੀਰੋ ਮੰਨਦਾ ਹੈ ਕਿ ਉਹਨਾਂ ਨੇ ਜਿਹੜਾ ਯੁੱਧ ਕੀਤਾ ਉਹਦਾ ਵਰਣਨ ਕੀਤਾ, ਕਿਉਂਕਿ ਬਹੁਤ ਵੀਰਤਾ ਦੇ ਨਾਲ ਲੜੇ। ਪਰ ਜਿਹੜਾ ਇਹਨੇ ਬਿਰਤਾਂਤ ਸਾਨੂੰ ਭੰਗਾਣੀ ਦੇ ਯੁੱਧ ਦਾ ਦਿੱਤਾ ਹੈ, ਸਾਡੇ ਥੋੜੀ ਜਿਹੀ ਗੱਲ ਧਿਆਨ ਕਰਨ ਵਾਲੀ ਇਹ ਹੈ ਕਿ ਆਮ ਬਿਰਤਾਂਤ ਜੋ ਸਾਨੂੰ ਦੱਸਿਆ ਜਾਂਦਾ ਹੈ ਉਹ ਇਹ ਹੈ ਕਿ ਭੀਮ ਚੰਦ ਕੈਲੂਰੀਆ, ਜਿਹੜਾ ਕਿ ਬਿਲਾਸਪੁਰ ਦਾ ਰਾਜਾ ਸੀ, ਜਿਹੜਾ ਕੀਰਤਪੁਰ ਦੇ ਬਿਲਕੁਲ ਨਾਲ ਪੈਂਦਾ ਹੈ ਅੱਗੇ ਜਾ ਕੇ,
ਉਹ ਇਹਦਾ ਮੁੱਖ ਕਿਰਦਾਰ ਹੈ। ਈਰਖਾਲੂ ਸੀ, ਗੁਰੂ ਸਾਹਿਬ ਨਾਲ ਈਰਖਾ ਲੱਗਦਾ ਸੀ। ਗੁਰੂ ਸਾਹਿਬ ਦੇ ਕੋਲੋਂ ਉਹਨੇ, ਅਸੀਂ ਹੋਰ ਵੀ ਥਾਵਾਂ ਦੇ ਉੱਤੇ ਪੜ੍ਹਦੇ ਹਾਂ ਕਿ ਉਹ ਪ੍ਰਸਾਦੀ ਹਾਥੀ ਦੀ ਮੰਗ ਵੀ ਕੀਤੀ। ਫਿਰ ਉਹਦੇ ਪੁੱਤਰ ਦੀ ਸ਼ਾਦੀ ਸੀ, ਬਰਾਤ ਜਿਹੜੀ ਹੈ ਉਹ ਗੜਵਾਲ ਦੇ ਰਾਜੇ ਫਤਿਹ ਸ਼ਾਹ ਦੀ ਧੀ ਨਾਲ ਵਿਆਹ ਹੋਣਾ ਸੀ, ਉੱਥੇ ਜਾਣੀ ਸੀ ਸ੍ਰੀਨਗਰ ਵਿੱਚ, ਜੋ ਗੜਵਾਲ ਵਿੱਚ ਹੈ। ਤੇ ਫਿਰ ਉਹ ਜਦੋਂ ਉਹਨੇ ਜਾਣਾ ਸੀ ਤੇ ਸਤਿਗੁਰੂ ਜੀ ਉਸ ਵੇਲੇ ਪੌਂਟਾ ਸਾਹਿਬ ਦੇ ਵਿੱਚ ਸੀ, ਤੇ ਰਸਤਾ ਮੰਗਿਆ ਗਿਆ ਤੇ ਉਹਦੇ ਨਾਲ ਚੁੱਕੇ ਰਿਲੇਸ਼ਨ ਬਹੁਤੇ ਅੱਛੇ ਨਹੀਂ ਸੀ। ਸਤਿਗੁਰੂ ਜੀ ਨੇ ਰਸਤਾ ਦੇਣ ਤੋਂ ਇਨਕਾਰ ਕਰ ਦਿੱਤਾ। ਸਿਰਫ ਉਹਦੇ ਪੁੱਤਰ ਨੂੰ ਤੇ ਇੱਕ ਦੋ ਬੰਦਿਆਂ ਨੂੰ ਨਾਲੋਂ ਜਾਣ ਦੀ ਇਜਾਜ਼ਤ ਕੀਤੀ। ਗੁਰੂ ਸਾਹਿਬ ਨੇ ਫਤਿਹ ਸ਼ਾਹ ਦੇ ਨਾਲ ਬੜੇ ਅੱਛੇ ਸੰਬੰਧ ਸਨ। ਉਹਨਾਂ ਨੇ ਸ਼ਗਨ ਵੀ ਭੇਜਿਆ ਬੁਲਾਏ ਜਾਣ ਤੇ ਜਿਹੜਾ ਕਿ ਉੱਥੇ ਜਾ ਕੇ ਇਹਨੇ ਕੈਲੂਰੀਏ ਨੇ ਵਾਪਸ ਕਰਵਾ ਦਿੱਤਾ। ਤੇ ਫਿਰ ਜਦੋਂ ਵਿਆਹ ਹੋ ਗਿਆ ਸੁੱਖੀ ਸਾਂਦੀ, ਤੇ ਉਸ ਤੋਂ ਬਾਅਦ ਫਤਿਹ ਸ਼ਾਹ ਨੂੰ ਵੀ ਮਜਬੂਰ ਕਰਕੇ ਨਾਲ ਲੈ ਆਇਆ ਤੇ ਗੁਰੂ ਸਾਹਿਬ ਦੇ ਨਾਲ ਜੰਗ ਕੀਤਾ, ਜਿਹਨੂੰ ਅਸੀਂ ਭੰਗਾਣੀ ਦਾ ਯੁੱਧ ਕਹਿੰਦੇ ਆ। ਇਹ ਗੱਲ ਸਾਨੂੰ ਬਾਰ-ਬਾਰ ਸੁਣਾਈ ਜਾਂਦੀ। ਹੁਣ ਇਹ ਬਿਰਤਾਂਤ ਮੁੱਖ ਤੌਰ ਦੇ ਉੱਤੇ ਸੁੱਖਾ ਸਿੰਘ ਦੇ ਬਿਰਤਾਂਤ ਉੱਤੇ ਤੇ ਸੰਤੋਖ ਸਿੰਘ ਦੇ ਬਿਰਤਾਂਤ ਉੱਤੇ ਆਧਾਰਿਤ ਹੈ। ਗੁਰਸੋਭਾ ਵਿੱਚ ਇਹ ਰੌਚਕਤਾ ਨਹੀਂ ਹੈ। ਇਹ ਬੜਾ ਇੱਕ ਰੌਚਕ ਜਿਹਾ, ਡਰਾਮੈਟਿਕ ਜਿਹਾ ਸਾਰਾ ਸਿਸਟਮ ਬਣਾ ਦਿੱਤਾ, ਤੇ ਗੁਰੂ ਸਾਹਿਬ ਦੇ ਨਾਲ ਪਹਾੜੀ ਰਾਜਿਆਂ ਦਾ ਜਿਹੜਾ ਪਹਿਲਾ ਯੁੱਧ ਹੈ, ਉਹਨੂੰ ਇਸ ਬਿਰਤਾਂਤ ਨੇ ਇੱਕ ਬੜਾ ਰੋਮਾਂਟਿਸਾਈਜ਼ ਕਰਕੇ ਇਸ ਤਰੀਕੇ ਨਾਲ ਸਾਨੂੰ ਦੱਸ ਦਿੱਤਾ ਵੀ ਇਹ ਕਿਸੇ ਤਰੀਕੇ ਦੇ ਨਾਲ ਇਦਾਂ ਸ਼ੋਅ ਹੋ ਰਿਹਾ ਹੈ ਜਿਵੇਂ ਭੀਮ ਚੰਦ ਦਾ ਤੇ ਗੁਰੂ ਸਾਹਿਬ ਦਾ ਇੱਕ ਆਪਸੀ ਲਾਗਤਬਾਜ਼ੀ ਦਾ ਨਤੀਜਾ ਸੀ। ਪਰ ਗੁਰਸੋਭਾ ਦੇ ਵਿੱਚ ਰੌਚਕਤਾ ਬਿਲਕੁਲ ਜਿਹੜੀ ਹੈ ਉਹਨੇ ਦਿੱਤੀ ਹੀ ਨਹੀਂ ਹੈ, ਅਸੀਂ ਕਹਿ ਸਕਦੇ ਹਾਂ। ਜੇ ਇਹ ਇੱਕ ਰੌਚਕ ਢੰਗ ਸੀ ਤਾਂ ਜਿਹੜਾ ਬਿਰਤਾਂਤ ਇਹਨਾਂ ਨੇ ਸੈਨਾਪਤੀ ਜੀ ਨੇ ਦਿੱਤਾ, ਉਹਨੂੰ ਅਗਰ ਅਸੀਂ ਪੜ੍ਹਦੇ ਹਾਂ ਤਾਂ ਉਹ ਬਿਲਕੁਲ ਪ੍ਰੋਜ਼ੇਕ ਜਿਹਨੂੰ ਕਹਿੰਦੇ ਨੇ, ਬੜਾ ਇਹਦੇ ਸਾਹਮਣੇ ਬੜਾ ਬੋਰਿੰਗ ਜਿਹਾ ਬਿਰਤਾਂਤ ਲੱਗਦਾ ਹੈ, ਕਿਉਂਕਿ ਉਹਨੇ ਜੋ ਦਿੱਤਾ ਉਹ ਬਿਲਕੁਲ ਹੀ ਇਸ ਤੋਂ ਅਲੱਗ ਹੈ। ਉਹ ਅਗਲਾ ਚੈਪਟਰ ਸ਼ੁਰੂ ਕਰਦਾ ਹੀ ਇੱਥੋਂ ਹੈ ਕਿ ਕੇਤਕ ਬਰਸ ਭਾਂਤੇ ਗਏ, ਦੇਸ਼ ਪਾਵਟੇ ਸਤਿਗੁਰ ਗਏ। ਜਮਨਾ ਤੀਰ ਭਾਵ ਜਮਨਾ ਦੇ ਕਿਨਾਰ, ਜਮਨਾ ਤੀਰ ਮਹਿਲ ਬਣਵਾਏ, ਕਰਤ ਆਨੰਦ ਪ੍ਰਭੂ ਮਨ ਭਾਏ, ਅਨੇਕ ਭਾਂਤ ਲੀਲਾ ਤੈਂ ਕਰੀ। ਇਸ ਤੋਂ ਅੱਗੇ ਲਿਖਦਾ ਹੈ, ਫਤਿਹ ਸ਼ਾਹ ਸੁਨ ਕੈ ਮਨ ਧਰੀ, ਬਹੁਤ ਕੋਪ ਮਨ ਮੈਂ ਬਸਾਇਓ, ਫੌਜ ਬਣਾਏ ਜੁੱਧ ਕੋ ਆਏ। ਹੁਣ ਇਹਦੇ ਚੋਂ ਕੈਲੂਰੀਏ ਦਾ ਕਿਤੇ ਜ਼ਿਕਰ ਵੀ ਨਹੀਂ ਹੈ। ਇਹ ਕਹਿੰਦਾ ਹੈ ਕਿ ਜਦੋਂ ਸਤਿਗੁਰੂ ਜੀ ਦੇ ਕੌਤਕ ਉੱਥੇ ਦੇਖੇ, ਉਹਨਾਂ ਦੀ ਚੜ੍ਹਦੀ ਕਲਾ ਦੇਖੀ ਜਾਂ ਸ਼ਾਨੋ ਸ਼ੌਕਤ ਦੇਖੀ ਜਾਂ ਕਿਸੇ ਤਰੀਕੇ ਦੇ ਨਾਲ ਉਹ ਫੌਜ ਬਣਾ ਕੇ ਤੇ ਉਹਨਾਂ ਦੇ ਨਾਲ ਯੁੱਧ ਦੇ ਲਈ ਆ। ਤੋ ਇਹ ਸਿਰਫ ਹਿੱਸੇ ਨੇ ਨਹੀਂ ਕੀਤਾ। ਅਸੀਂ ਸਿਰਫ ਸੁੱਖਾ ਸਿੰਘ ਤੇ ਸੰਤੋਖ ਸਿੰਘ ਦੇ ਬਿਰਤਾਂਤ ਨੂੰ ਪਕੜ ਕੇ ਬੈਠ ਗਏ ਆ। ਡਾਕਟਰ ਗੰਡਾ ਸਿੰਘ ਨੇ ਕਈ ਰਾਈਟਰਸ ਨੂੰ ਕੋਟ ਕੀਤਾ ਹੈ। ਉਹ ਕਹਿੰਦੇ ਹਨ ਕਿ ਕਵੀ ਸੇਵਾ ਸਿੰਘ ਭੱਟ ਨੇ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਦੇ ਵਿੱਚ ਵੀ ਇਸ ਤਰ੍ਹਾਂ ਲਿਖਿਆ ਕਿ ਨਗਰ ਪਾਵਟੇ ਜੋ ਚਲ ਆਵੈ, ਮਨੋ ਕਾਮਨਾ ਗੁਰਤੀ ਪਾਵੈ, ਦਸਮ ਗੁਰ ਨਿਤ ਚੜ੍ਹੇ ਸ਼ਿਕਾਰ, ਨਦੀ ਉਰੈ ਕਬ ਜਾਵੈ ਪਾਰ। ਤੋਂ ਨਦੀ ਪਾਰ ਕਰਕੇ ਵੀ ਉਹ ਚਲੇ ਜਾਂਦੇ ਸਨ। ਸੇਵਾ ਹਰੀ ਸ਼ਾਹ ਫਤਿਹ ਨਰੇਸ਼, ਤੋਂ ਇਹ ਫਤਿਹ ਨਰੇਸ਼ ਭਾਵ ਜਿਹੜਾ ਉੱਥੋਂ ਦਾ ਪਾਰ ਦੇ ਇਲਾਕੇ ਦਾ ਰਾਜਾ ਸੀ, ਨਰੇਸ਼ ਸੀ ਫਤਿਹ ਸ਼ਾਹ। ਕੋਪਿਓ ਸੰਗ ਗੁਰੂ ਦਰਮੇਸ਼, ਗੁਰੂ ਦਸ਼ਮੇਸ਼ ਦੇ ਨਾਲ ਜਿਹੜਾ ਹੈਗਾ ਉਹ ਰਾਜਾ ਨਾਰਾਜ਼ ਹੋ ਗਿਆ। ਕੋਪਿਓ ਭਾਵ ਨਾਰਾਜ਼ ਹੋ ਗਿਆ। ਸਾਰ ਮੋਰ ਕੇ ਦੇਸ਼ ਮੈਂ ਸ੍ਰੀ ਗੁਰ ਕਾ ਪ੍ਰਤਾਪ, ਵੱਡਿਓ ਦੇਖ ਗੜਵਾਲੀਆ, ਸਹਿ ਨਾ ਸਕਿਓ ਸੋ ਆਪ। ਉਹ ਗੜਵਾਲੀਆ ਜਿਹੜਾ ਸੀ ਸਤਿਗੁਰੂ ਜੀ ਦੇ ਪ੍ਰਤਾਪ ਨੂੰ ਸਹਿ ਨਾ ਸਕਿਆ। ਤੋ ਇੱਥੇ ਵੀ ਭੀਮ ਚੰਦ ਦਾ ਕੋਈ ਜ਼ਿਕਰ ਨਹੀਂ ਹੈ। ਤੋ ਜਿਹੜਾ ਬਚਿੱਤਰ ਨਾਟਕ ਦੇ ਵਿੱਚ ਇਹ ਚੀਜ਼ ਦਾ ਡਿਟੇਲ ਦਿੱਤੀ ਹੈ, ਉਹਦੇ ਵਿੱਚ ਵੀ ਮੈਂ ਦੇਸ਼ ਚਾਲ ਹਮ ਤੇ ਪੁਨ ਭਈ, ਆਪ ਸਾਰੇ ਪੰਕਤੀਆਂ ਜਾਣਦੇ ਹੋ, ਮੈਂ ਬੋਲਾਂਗਾ ਨਹੀਂ, ਬਾਰ-ਬਾਰ ਆਪਾਂ ਸੁਣਦੇ ਰਹਿੰਦੇ ਆ। ਉਹਦੇ ਅੰਤ ਉੱਤੇ ਉਸ ਬਚਿੱਤਰ ਨਾਟਕ ਦੇ ਵਿੱਚ ਲਿਖਿਆ, ਫਤਿਹ ਸ਼ਾਹ ਕੋਪਾ ਤਬ ਰਾਜਾ, ਲੋ ਪਰਾ ਹਮ ਸੋ ਬਿਨ ਕਾਜਾ। ਤੋ ਇਹ ਬਚਿੱਤਰ ਨਾਟਕ ਦਾ ਵੀ ਬਿਰਤਾਂਤ ਇਹੀ ਹੈ। ਇਸੇ ਤਰੀਕੇ ਦੇ ਨਾਲ ਜੋ ਗੁਰਸ਼ੋਭਾ ਦੇ ਵਿੱਚ ਬਿਰਤਾਂਤ ਲਿਖਿਆ ਉਹ ਇਹੀ ਹੈ ਕਿ ਉਹ ਫਤਿਹ ਸ਼ਾਹ ਨੇ ਹੀ ਫੌਜ ਚੜਾ ਕੇ ਲੈ ਆਇਆ ਤੇ ਨਾਲ ਉਹਦੇ ਸੰਗੀ ਸਾਥੀ ਸਨ, ਜਿਹਦੇ ਵਿੱਚ ਅੱਗੇ ਚੱਲ ਕੇ ਇਹ ਬਿਲਾਸਪੁਰੀਏ ਭੀਮ ਚੰਦ ਦਾ ਵੀ ਜ਼ਿਕਰ ਕਰਦਾ ਹੈ, ਤੇ ਜਿਹੜਾ ਹਰੀ ਚੰਦ ਹੰਡੂਰ ਦਾ, ਹੰਡੂਰ ਭਾਵ ਨਾਲਾਗੜ੍ਹ ਦਾ ਰਾਜਾ ਸੀ। ਇੱਕ ਦਤਾਰਪੁਰ ਹੁਸ਼ਿਆਰਪੁਰ ਦੇ ਡਡਵਾਲੀਏ, ਉਹਨਾਂ ਦਾ ਵੀ ਜ਼ਿਕਰ ਕਰਦਾ ਹੈ। ਕੈਲੂਰ ਦਾ ਰਾਜਾ ਭੀਮ ਚੰਦ ਚੰਦੇਲੀਆ ਲਿਖਦਾ ਹੈ, ਉਹ ਚੰਦੇਲ ਰਾਜਪੂਤ ਆਪਣੇ ਆਪ ਨੂੰ ਕਹਿੰਦੇ ਸਨ। ਤਾਂ ਉਹਦਾ ਜ਼ਿਕਰ ਵੀ ਕਰਦਾ ਹੈ।
ਤੇ ਕੁੰਜਪੁਰੇ ਦਾ ਇੱਕ ਜਨਾਬਤ ਖਾਨ ਜਿਹੜਾ ਗੁਰੂ ਸਾਹਿਬ ਨੂੰ ਦਗਾ ਦੇ ਕੇ ਚਲਾ ਗਿਆ ਸੀਗਾ ਪਠਾਨ, ਉਹਦਾ ਵੀ ਜ਼ਿਕਰ ਕਰਦਾ ਹੈ। ਇਹਨਾਂ ਸਾਰਿਆਂ ਦਾ ਉਹ ਜ਼ਿਕਰ ਕਰਦਾ ਹੈ, ਪਰ ਬਹੁਤ ਅਖੀਰ ਤੇ ਜਾ ਕੇ ਕਰਦਾ ਹੈ, ਜਦੋਂ ਯੁੱਧ ਦਾ ਉਹ ਬਿਰਤਾਂਤ ਦੱਸਦਾ ਹੈ, ਉਹਦੇ ਵਿੱਚ ਜਾ ਕੇ ਉਹ ਉਸ ਤਰ੍ਹਾਂ ਜ਼ਿਕਰ ਕਰਦਾ ਹੈ। ਹਰੀ ਚੰਦ ਦਾ ਜ਼ਿਕਰ ਹੋਇਆ ਕਿ ਉਹਨੇ ਗੁਰੂ ਜੀ ਤੇ ਤੀਰਾਂ ਦੀ ਬਾਰਿਸ਼ ਕਰ ਦਿੱਤੀ, ਤੇ ਫਿਰ ਗੁਰੂ ਜੀ ਨੂੰ ਇੱਕ ਤੀਰ ਲੱਗਿਆ ਵੀ, ਪਰ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ। ਤੇ ਉਸ ਤੋਂ ਬਾਅਦ ਗੁਰੂ ਜੀ ਨੇ ਜਦੋਂ ਤੀਰ ਚਲਾਏ ਤਾਂ ਹਰੀ ਚੰਦ ਜਿਹੜਾ ਵੱਡਾ ਯੋਧਾ ਗਿਣਿਆ ਜਾਂਦਾ ਸੀ, ਜਿਹਨੂੰ ਇਹ ਕੰਮ ਦਿੱਤਾ ਗਿਆ ਸੀ ਕਿ ਤੂੰ ਡਾਇਰੈਕਟ ਅਟੈਕ ਕਰਨਾ, ਉਹ ਮਾਰਿਆ ਗਿਆ। ਇਸੇ ਤਰ੍ਹਾਂ ਹੀ ਜਨਾਬਤ ਖਾਨ ਜਿਹੜਾ ਹੈ, ਉਹ ਵੀ ਯੁੱਧ ਦੇ ਅਖੀਰ ਦੇ ਉੱਤੇ, ਜਦੋਂ ਪਹਿਲਾਂ ਹਰੀ ਚੰਦ ਮਾਰਿਆ ਗਿਆ, ਉਸ ਤੋਂ ਬਾਅਦ ਜਨਾਬਤ ਖਾਨ ਜਿਹੜਾ ਸੀ, ਇਹਦਾ ਨਾਂ ਕੁਝ ਫਰਕ ਵੀ ਲਿਖਿਆ ਕੁਝ ਇਤਿਹਾਸਕਾਰਾਂ ਨੇ, ਉਹ ਪਠਾਨ ਲੀਡਰ ਜਿਹੜੇ ਗੁਰੂ ਸਾਹਿਬ ਨੂੰ ਛੱਡ ਕੇ ਚਲੇ ਗਏ ਸਨ, ਉਹਨਾਂ ਵਿੱਚੋਂ ਸੀ। ਉਹ ਆਪਣੇ ਆਪ ਨੂੰ ਵੱਡਾ ਯੋਧਾ ਸਮਝਦਾ ਸੀ। ਉਹ ਜਦੋਂ ਆਇਆ ਅੱਗੇ ਤਾਂ ਸੰਗੋ ਸ਼ਾਹ ਜੀ, ਜਿਨ੍ਹਾਂ ਨੂੰ ਸ਼ਾਹ ਸੰਗਰਾਮ ਦਾ ਖਿਤਾਬ ਮਿਲਿਆ, ਜਿਹੜੇ ਬੜੀ ਵੀਰਤਾ ਨਾਲ ਲੜ ਰਹੇ ਸਨ, ਉਹਨਾਂ ਦੇ ਨਾਲ ਇਹਨਾਂ ਦੀ ਇੱਕ ਕਿਸਮ ਨਾਲ ਕਹੀਏ ਦਵੰਦ ਯੁੱਧ ਹੋਇਆ, ਆਪਸੀ ਯੁੱਧ ਹੋਇਆ, ਤੇ ਉਹਦੇ ਵਿੱਚ ਦੋਨੇ ਹੀ ਅਲਟੀਮੇਟਲੀ ਸ਼ਹੀਦ ਹੋ ਗਏ। ਤੇ ਜਦੋਂ ਇਹ ਦੋ ਵੱਡੇ ਯੋਧੇ ਮਾਰੇ ਗਏ ਤੇ ਸਤਿਗੁਰੂ ਜੀ ਦੀ ਜਿੱਤ ਹੋਈ। ਪਰ ਇਹਦੇ ਜਿਹੜਾ ਕੈਲੂਰੀਏ ਭੀਮ ਚੰਦ ਦਾ ਆਮ ਬਿਰਤਾਂਤ ਅਸੀਂ ਸੁਣਦੇ ਹਾਂ, ਜਿਹੜਾ ਸਾਨੂੰ ਸੰਤੋਖ ਸਿੰਘ ਜੀ ਨੇ ਤੇ ਸੁੱਖਾ ਸਿੰਘ ਜੀ ਦੇ ਉੱਤੇ ਆਧਾਰਿਤ ਹੈ, ਉਹ ਇਹਦੇ ਵਿੱਚ ਨਹੀਂ ਮਿਲਦਾ। ਇਹ ਸਾਨੂੰ ਜਿਹੜਾ ਹੈਗਾ ਉਹ ਇੱਧਰ ਗੌਰ ਕਰਨੀ ਚਾਹੀਦੀ ਹੈ। ਇਹਦੇ ਬਾਰੇ ਸ਼ਾਇਦ ਖੋਜ ਦੀ ਹੋਰ ਲੋੜ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਸਾਨੂੰ ਇਹ ਬਿਰਤਾਂਤ ਕਿਹੜਾ ਠੀਕ ਹੈ, ਜਿਹੜਾ ਗੁਰਸੋਭਾ ਵਾਲਾ ਬਿਰਤਾਂਤ ਹੈ, ਜਾਂ ਸ਼ਹੀਦ ਬਿਲਾਸ ਵਾਲਾ ਬਿਰਤਾਂਤ ਹੈ, ਜਾਂ ਈਵਨ ਅਸੀਂ ਕਹੀਏ ਕਿ ਬਚਿੱਤਰ ਨਾਟਕ ਵਾਲਾ ਬਿਰਤਾਂਤ ਹੈ। ਇਹ ਸਾਰੇ ਠੀਕ ਹਨ, ਜਾਂ ਉਹ ਬਿਰਤਾਂਤ ਠੀਕ ਹੈ ਜਿਹੜਾ ਸੁੱਖਾ ਸਿੰਘ ਤੇ ਸੰਤੋਖ ਸਿੰਘ ਨੇ ਸਾਨੂੰ ਸੁਣਾਇਆ। ਹਾਂ, ਇਹ ਠੀਕ ਹੈ ਕਿ ਅਸੀਂ ਮੰਨ ਲਈਏ ਤੇ ਇਹਦੇ 'ਚ ਕੋਈ ਕਾਰਨ ਨਹੀਂ। ਇਹ ਠੀਕ ਹੈ ਕਿ ਹਰੀ ਚੰਦ ਦੇ ਨਾਲ, ਭੀਮ ਚੰਦ ਦੇ ਨਾਲ, ਕੈਲੂਰੀਏ ਦੇ ਨਾਲ ਪਹਿਲਾਂ ਹੀ ਥੋੜੀ ਬਹੁਤ ਖਹਿਬੜਬਾਜ਼ੀ ਚੱਲ ਰਹੀ ਸੀ, ਇਸ ਕਰਕੇ ਉਹਨੇ ਸਾਥ ਦਿੱਤਾ ਹੋਣਾ। ਤੇ ਫਤਿਹ ਸ਼ਾਹ ਜਿਹੜਾ ਹੈ, ਉਹ ਤਾਂ ਇਸ ਪੁਸਤਕ ਤੋਂ ਬੜਾ ਕਲੀਅਰਲੀ ਸ਼ੋ ਹੋ ਰਿਹਾ ਕਿ ਉਹ ਈਰਖਾ ਦੇ ਕਰਕੇ ਸ਼ਾਇਦ ਗੁਰੂ ਜੀ ਉਹਦੇ ਇਲਾਕੇ 'ਚ ਸ਼ਿਕਾਰ ਖੇਡਣ ਵੀ ਚਲੇ ਜਾਂਦੇ ਸਨ, ਤੇ ਇਸ ਕਰਕੇ ਉਹ ਆ ਕੇ ਪੈ ਗਏ। ਇਸ ਤੋਂ ਅੱਗੇ ਚੱਲਦੇ ਹਾਂ ਤੇ ਕਵੀ ਜੀ ਲਿਖਦੇ ਹਨ, ਉਹਨਾਂ ਨੇ ਤੀਜੇ ਅਧਿਆਏ ਦੇ ਵਿੱਚ ਨਾਦੌਣ ਦਾ ਜ਼ਿਕਰ। ਉਹਨੇ ਪਹਿਲਾ ਜਿਹੜਾ ਸੀ, ਉਹਨੂੰ ਅਸੀਂ ਜਿਵੇਂ ਇਹਨਾਂ ਨੇ ਦੱਸਿਆ ਤੇਗ ਪ੍ਰਕਾਸ਼ ਦਾ ਟਾਈਟਲ ਦਿੱਤਾ ਹੈ, ਜਿਹਦੇ ਚੋਂ ਇਹ ਦੱਸਣਾ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਵੀਰਤਾ ਦੇ ਜਿਹੜੇ ਸੰਗਰਾਮ ਸਾਨੂੰ ਸ਼ੁਰੂ ਕੀਤੇ, ਉਹਨਾਂ ਦੀ ਤੇਗ ਦਾ ਪ੍ਰਕਾਸ਼ ਜਿਹੜਾ ਹੈ ਉਹ ਇੱਥੇ ਇਸ ਜੰਗ ਦੇ ਵਿੱਚ ਹੋਇਆ। ਤਾਂ ਸ਼ਾਇਦ ਉਹਦੀ ਨਜ਼ਰ ਦੇ ਵਿੱਚ ਗੁਰੂ ਜੀ ਦੀ ਸ਼ੋਭਾ ਦੇ ਵਿੱਚ ਇੱਕ ਬੜਾ ਵੱਡਾ ਹਿੱਸਾ ਗੁਰੂ ਜੀ ਦੀ ਵੀਰਤਾ ਸੀ, ਸੂਰਬੀਰਤਾ ਸੀ, ਔਰ ਉਹਨਾਂ ਦੀ ਜੰਗ ਜਿੱਤਣ ਦੀ ਸਮਰੱਥਾ ਸੀ। ਉਹਨੇ ਕਾਫੀ ਡਿਟੇਲ ਦੇ ਵਿੱਚ ਔਰ ਬੜੀ ਸੁੰਦਰਤਾ ਦੇ ਨਾਲ ਸਾਰੇ ਯੁੱਧ ਨੂੰ ਡਿਸਕ੍ਰਾਈਬ ਕੀਤਾ, ਜੋ ਕਿ ਪੜ੍ਹਨ ਯੋਗ ਹੈ, ਤੋਂ ਸਾਨੂੰ ਪੜ੍ਹਨਾ ਵੀ ਚਾਹੀਦਾ। ਤੋਂ ਇਹ ਮੈਂ ਸਿਰਫ ਇੱਥੇ ਹੀ ਆਪ ਜੀ ਨੂੰ ਇਤਿਹਾਸਕ ਪੱਖ ਤੋਂ ਇਹ ਜਿਹੜਾ ਫਰਕ ਆ ਰਿਹਾ ਉਹ ਆਪ ਜੀ ਦੇ ਨਾਲ ਸਾਂਝਾ ਕਰਨਾ। ਉਸ ਤੋਂ ਅੱਗੇ ਉਹਨੇ ਨਾਦੌਣ ਦੇ ਵਿੱਚ ਸਿਰਫ 2 ਸਫ਼ਿਆਂ ਦਾ ਬਿਰਤਾਂਤ ਲਿਖਿਆ। ਉਹਦੇ 'ਚ ਉਹਨੇ ਇੱਕੋ ਹੀ ਗੱਲ ਉੱਤੇ ਸਾਨੂੰ ਦੱਸਿਆ ਹੈ, ਔਰ ਉਹਦਾ ਜਿਹੜਾ ਹੈਗਾ ਨਾ, ਮਤਲਬ ਟਾਈਟਲ ਵੀ ਉਹਨੇ ਰੱਖਿਆ, ਉਹ ਵੀ ਬੜਾ ਡਿਸਕ੍ਰਿਪਟਿਵ ਹੈ ਕਿ ਨਾਦੌਣ ਦੇ ਯੁੱਧ ਬਾਰੇ ਲਿਖਦਾ, ਰਾਜ ਹੇਤ ਸੰਗਰਾਮ। ਇਹ ਸੰਗਰਾਮ ਰਾਜਿਆਂ ਦੇ ਹਿੱਤ ਹੇਤ ਕਰਕੇ, ਰਾਜਿਆਂ ਦੇ ਇੰਟਰਸਟ ਨੂੰ ਵਾਚ ਕਰਨ ਦੇ ਵਾਸਤੇ ਹੋਏ। ਔਰ ਇਹ ਗੱਲ ਬੜੀ ਦਿਲਚਸਪ ਹੈ ਕਿ 2-2.5 ਸਾਲ ਪਹਿਲੇ ਉਹੀ ਭੀਮ ਚੰਦ ਕੈਲੂਰੀਆ, ਜਿਹੜਾ ਰਾਜਾ ਫਤਿਹ ਸ਼ਾਹ ਤੇ ਹੋਰਾਂ ਰਾਜਿਆਂ ਦੇ ਨਾਲ ਰਲ ਕੇ ਭੰਗਾਣੀ ਵਿਖੇ ਸਤਿਗੁਰੂ ਜੀ ਦੇ ਉੱਤੇ ਚੜ੍ਹ ਆਇਆ ਸੀ, ਉਸੇ ਹੀ ਭੀਮ ਚੰਦ ਕੈਲੂਰੀਆ ਨੇ ਮੁਗਲਾਂ ਦੇ ਇੱਕ ਅਫਸਰ ਅਲਫ ਖਾਨ ਦੇ ਅਗੇਂਸਟ ਸਤਿਗੁਰੂ ਜੀ ਤੋਂ ਮਦਦ ਮੰਗੀ, ਤੇ ਸਤਿਗੁਰੂ ਜੀ ਨੇ ਬਿਨਾਂ ਕੋਈ ਰੋਸਾ ਮਨ ਦੇ ਵਿੱਚ ਰੱਖੇ ਹੋਏ ਜਾ ਕੇ ਸਤਿਗੁਰੂ ਜੀ ਨੇ ਉਹਦੀ ਮਦਦ ਕੀਤੀ, ਤੇ ਨਾਦੌਣ ਦੇ ਵਿੱਚ ਯੁੱਧ ਹੋਇਆ, ਜਿਹਦੇ ਵਿੱਚ ਇਹਨਾਂ ਸਾਂਝੀਆਂ ਫੌਜਾਂ ਦੀ ਜਿੱਤ ਹੋਈ। ਤੋਂ ਇਹਦੇ ਬਾਰੇ ਇਹ ਬੜਾ ਉਹਨੇ ਸੰਖੇਪ ਜਿਹਾ ਜ਼ਿਕਰ ਕੀਤਾ ਹੈ 2 ਸਫ਼ਿਆਂ ਦੇ ਵਿੱਚ। ਪਰ ਇੱਥੋਂ ਜਿਹੜੀ ਗੁਣ ਉੱਭਰ ਕੇ ਆਉਂਦਾ ਹੈ ਸਤਿਗੁਰੂ ਜੀ ਦਾ, ਉਹ ਦਰਿਆ ਦੇ ਲਈ ਉਹਨਾਂ ਦੀ ਨਿਰਵੈਰਤਾ ਤੇ ਪਰਉਪਕਾਰ ਦਾ ਸੁਭਾਅ, ਇੱਥੋਂ ਤੱਕ ਕਿ ਉਹਨਾਂ ਵੈਰੀਆਂ ਦੇ ਉੱਤੇ ਵੀ ਪਰਉਪਕਾਰ ਸਤਿਗੁਰੂ ਜੀ ਨੇ ਕੀਤਾ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਜਾਨੀ ਦੁਸ਼ਮਣ ਬਣ ਕੇ ਸਤਿਗੁਰੂ ਜੀ ਨਾਲ ਜੰਗ ਕੀਤਾ ਸੀ, ਜਿਨ੍ਹਾਂ ਦੇ ਸਾਥੀਆਂ ਨੇ ਸਤਿਗੁਰੂ ਜੀ ਦੇ ਉੱਤੇ ਨਿੱਜੀ ਅਟੈਕ ਕਰਕੇ ਤੀਰਾਂ ਦੀ ਵਰਖਾ ਕੀਤੀ ਸੀ, ਉਹਨਾਂ ਰਾਜਿਆਂ ਦੇ ਨਾਲ ਵੀ ਸਤਿਗੁਰੂ ਜੀ ਨੇ ਕਦੀ ਦੁਸ਼ਮਣੀ ਨਹੀਂ ਕਮਾਈ। ਕੈਸਾ ਨਿਰਵੈਰ ਸੁਭਾਅ ਸਤਿਗੁਰੂ ਜੀ ਦਾ
ਉਹ ਇੱਥੋਂ ਪ੍ਰਗਟ ਹੁੰਦਾ ਹੈ। ਤਾਂ ਉਹ ਸ਼ਾਇਦ ਇਸ ਚੀਜ਼ ਨੂੰ ਪ੍ਰਗਟ ਕਰਨਾ ਚਾਹੁੰਦਾ ਸੀ, ਇਸੇ ਕਰਕੇ ਹੀ ਉਹਨੇ ਚੈਪਟਰ ਦਾ ਨਾਮ ਵੀ ਲਿਖਿਆ ਰਾਜ ਹੇਤ ਸੰਗਰਾਮ। ਇਸ ਤੋਂ ਅੱਗੇ ਉਹਨੇ ਦੋ ਯੁੱਧਾਂ ਦਾ ਜ਼ਿਕਰ ਕੀਤਾ ਹੈ, ਖਾਨਜ਼ਾਦੇ ਨਾਲ ਯੁੱਧ ਤੇ ਹੁਸੈਨੀ ਯੁੱਧ ਦਾ ਇੱਕੋ ਚੈਪਟਰ ਦੇ ਵਿੱਚ ਜ਼ਿਕਰ ਕੀਤਾ ਹੈ। ਤਾਂ ਖਾਨਜ਼ਾਦੇ ਦਾ ਜ਼ਿਕਰ ਇਸ ਤਰ੍ਹਾਂ ਹੈ ਕਿ ਜਦੋਂ ਇਹਨਾਂ ਰਾਜਿਆਂ ਨੇ ਜਾ ਕੇ ਚੁਗਲੀਆਂ ਕੀਤੀਆਂ ਸਤਿਗੁਰੂ ਜੀ ਦੀਆਂ, ਆਪਣੀ ਵਾਹ ਨਾ ਚੱਲਦੀ ਦੇਖ ਕੇ, ਤੇ ਉਦੋਂ ਜੰਮੂ ਦੇ ਹਾਕਮ ਮੀਆਂ ਖਾਨ ਨੂੰ ਹੁਕਮ ਕੀਤਾ ਗਿਆ ਤੇ ਉਹਨੇ ਆਪਣੇ ਖਾਨਜ਼ਾਦੇ, ਆਪਣੇ ਖਾਨਦਾਨ ਦੇ ਇੱਕ ਬੰਦੇ ਦੇ ਨਾਲ ਡਿਊਟੀ ਲਗਾਈ, ਛੋਟੇ ਨੌਜਵਾਨ ਦੀ, ਕਿ ਤੂੰ ਜਾ ਕੇ ਕਰ ਇਹ ਕਿਹੜਾ ਕੋਈ ਵੱਡਾ ਕੰਮ। ਤਾਂ ਉਹ ਆਇਆ ਤਾਂ ਉਹਨੇ ਬੜੀ ਚਲਾਕੀ ਦੇ ਨਾਲ ਇਹ ਕੀਤਾ ਕਿ ਸਰਸਾ ਨਦੀ, ਜਿਹਦਾ ਆਪਾਂ ਜ਼ਿਕਰ ਅੱਜ ਕੱਲ੍ਹ ਬਹੁਤ ਸੁਣ ਰਹੇ ਹਾਂ, ਜਿੱਥੇ ਪਰਿਵਾਰ ਵਿਛੋੜਾ ਹੈ, ਉਸ ਨਦੀ ਦੇ ਕੋਲ ਆ ਕੇ ਉਹਦੀਆਂ ਫੌਜਾਂ ਨੇ ਡੇਰੇ ਲਾ ਲਏ ਤੇ ਰਾਤ ਪੈਣ ਦੀ ਉਡੀਕ ਕੀਤੀ ਕਿ ਅਸੀਂ ਰਾਤ ਨੂੰ ਹਮਲਾ ਕਰਕੇ ਤੇ ਅਨੰਦਪੁਰ ਨੂੰ ਫਤਿਹ ਕਰ ਲਵਾਂਗੇ, ਇਹ ਕਿਹੜੀ ਵੱਡੀ ਗੱਲ ਹੈ। ਪਰ ਸਤਿਗੁਰੂ ਜੀ ਦਾ ਵੀ CID ਦਾ ਜਸੂਸੀ ਤੰਤਰ ਪੂਰਾ ਸੀ। ਭਾਈ ਆਲਮ ਸਿੰਘ ਦਾ ਜ਼ਿਕਰ ਆਉਂਦਾ ਹੈ, ਉਹਨਾਂ ਦੇ ਕੋਲ ਜਾ ਕੇ ਸੂਈਏ ਨੇ ਖਬਰ ਦਿੱਤੀ ਤੇ ਭਾਈ ਆਲਮ ਸਿੰਘ ਜੀ ਨੇ ਜਾ ਕੇ ਸਤਿਗੁਰੂ ਜੀ ਨੂੰ ਖਬਰ ਦਿੱਤੀ ਤੇ ਸਤਿਗੁਰੂ ਜੀ ਹੱਸ ਪਏ। ਤੇ ਹੁਣ ਇੱਥੇ ਸਤਿਗੁਰੂ ਜੀ ਦਾ ਇੱਕ ਬੜਾ ਵੱਡਾ ਗੁਣ ਜਿਹੜਾ ਸ਼ੋਅ ਹੁੰਦਾ ਹੈ ਸਾਨੂੰ, ਕਿ ਸਤਿਗੁਰੂ ਜੀ ਨੇ ਹਾਲਾਤ ਦੇ ਮੁਤਾਬਕ ਟੈਕਟਿਕਸ ਨੂੰ ਦੇਖ ਕੇ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਟੈਕਟਿਕਸ ਵਰਤੇ, ਉਹਨਾਂ ਨੇ ਦੇਖਿਆ ਵੀ ਜਿਹੜਾ ਖਾਨਜ਼ਾਦਾ ਰਾਤ ਨੂੰ ਛੁਪ ਕੇ ਅਟੈਕ ਕਰਨ ਲਈ ਸਾਡੇ ਤੇ ਆਇਆ ਤਾਂ ਉਹ ਤਾਂ ਮੁੱਢੋਂ ਹੀ ਆਪਣਾ ਬੁਜ਼ਦਿਲ ਆਦਮੀ ਹੈ। ਤਾਂ ਉਹਨਾਂ ਨੇ ਸਿੰਪਲ ਇੱਕ ਕੰਮ ਕੀਤਾ ਕਿ ਆਲਮ ਸਿੰਘ ਨੂੰ ਕਿਹਾ ਕਿ ਤੁਸੀਂ ਆਪਣੇ ਨਾਲ ਨਗਾੜਿਆਂ ਵਾਲੇ ਤੇ ਥੋੜੀ ਜਿਹੀ ਫੌਜ, ਉਹਨਾਂ ਨੇ ਕਿਹਾ, ਨਾਲ ਲੈ ਕੇ ਜਾਓ ਤੇ ਸਰਸਾ ਨਦੀ ਦੇ ਇੱਧਰਲੇ ਕੰਢੇ ਉੱਤੇ ਜਾ ਕੇ ਖੂਬ ਨਗਾਰੇ ਵਜਾਓ ਤੇ ਜਕਾਰੇ ਛੱਡੋ। ਤੇ ਜਦੋਂ ਸਿੰਘਾਂ ਨੇ ਉੱਥੇ ਜਾ ਕੇ ਨਗਾਰੇ ਵਜਾਏ ਤੇ ਜਕਾਰੇ ਛੱਡੇ ਤੇ ਉਹ ਬੁਜ਼ਦਿਲ ਖਾਨਜ਼ਾਦਾ ਜਿਹੜਾ, ਉਹਨਾਂ ਨੂੰ ਸੁਣ ਕੇ ਹੀ ਉਹਦੀ ਫੌਜ ਤੇ ਉਹ ਦੌੜ ਗਏ। ਇਹ ਖਾਨਜ਼ਾਦੇ ਦਾ ਯੁੱਧ ਸੀ ਜਿਹੜਾ ਬਿਨਾਂ ਕੋਈ ਗੋਲੀ ਚੱਲੇ, ਬਿਨਾਂ ਕੋਈ ਤੀਰ ਕਿਰਪਾਨ ਚੱਲੇ, ਉਹ ਖਤਮ ਹੋ ਗਿਆ। ਪਰ ਇਸ ਤੋਂ ਮੀਆਂ ਖਾਨ ਨੇ ਆਪਣੇ ਇੱਕ ਫਿਰ ਫੌਜਦਾਰ ਨੂੰ ਹੁਸੈਨ ਖਾਨ ਨੂੰ ਭੇਜਿਆ, ਜਿਹਦੇ ਕਰਕੇ ਫਿਰ ਹੁਸੈਨੀ ਯੁੱਧ ਹੋਇਆ। ਤੇ ਹੁਸੈਨੀ ਯੁੱਧ ਜਦੋਂ ਉਹ ਜੰਮੂ ਵਾਲੀ ਸਾਈਡ ਤੋਂ ਆ ਰਿਹਾ ਸੀ ਤਾਂ ਹੁਸ਼ਿਆਰਪੁਰ ਦੇ ਉੱਪਰ, ਜਿੱਥੇ ਅੱਜ ਕੱਲ੍ਹ ਪੌਂਗ ਡੈਮ ਹੈ, ਉਹਦੇ ਉੱਪਰ ਗੁਲੇਰ ਦਾ ਇਲਾਕਾ ਪੈਂਦਾ ਹੈ। ਕਿਉਂਕਿ ਉਹ ਟੈਕਸ ਉਗਰਾਹਣ ਆ ਰਿਹਾ ਸੀ ਸੂਬੇ ਨੂੰ, ਉਹਦੀ ਡਿਊਟੀ ਲੱਗੀ ਸੀ ਲਾਹੌਰ ਦੇ ਸੂਬੇ ਵੱਲੋਂ ਜੰਮੂ ਦੇ ਮੀਆਂ ਖਾਨ ਦੀ, ਕਿ ਤੂੰ ਟੈਕਸ ਉਗਰਾਹਣਾ ਹੈ। ਟੈਕਸ ਉਗਰਾਹਣ ਆ ਰਿਹਾ ਸੀ ਤੇ ਟੈਕਸ ਉਗਰਾਹਣ ਤੋਂ ਹਰ ਪਹਾੜੀ ਰਾਜਾ ਜਿਹੜਾ ਉਹ ਸੰਗਦਾ ਸੀ ਕਿ ਨਾ ਹੀ ਦੇਣਾ ਪਵੇ ਤੇ ਚੰਗਾ। ਤੇ ਉਹ ਆਕੀ ਹੋ ਗਏ ਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਅਪਰੋਚ ਕੀਤਾ ਤੇ ਗੁਰੂ ਸਾਹਿਬ ਨੇ ਵੀ ਇੱਕ ਜੱਥਾ ਆਪਣੇ ਵੱਲੋਂ ਗੁਲੇਰ ਭੇਜਿਆ। ਉੱਥੇ ਯੁੱਧ ਹੋਇਆ, ਜਿਹਦੇ ਵਿੱਚ 7 ਸਿੱਖ ਤੇ ਭਾਈ ਸੰਗਤੀਆ ਜਿਹੜਾ ਉਹਨਾਂ ਦਾ ਜਥੇਦਾਰ ਸੀ, ਉਹ ਸ਼ਹੀਦ ਹੋਇਆ। ਪਰ ਇਹਦੇ ਵਿੱਚ ਹੁਸੈਨੀ ਵੀ ਮਾਰਿਆ ਗਿਆ ਤੇ ਉਹ ਆਨੰਦਪੁਰ ਤੱਕ ਨਾ ਪਹੁੰਚ ਸਕਿਆ, ਰਸਤੇ ਦੇ ਵਿੱਚ ਹੀ ਮਾਰਿਆ ਗਿਆ। ਤਾਂ ਇਹਦਾ ਉਹ ਜ਼ਿਕਰ ਕਰਦਾ ਹੈ। ਤੋ ਇਹ ਜਿਹੜਾ ਚੈਪਟਰ ਉਹਨੇ ਲਿਖਿਆ, ਉਹ ਸਤਿਗੁਰੂ ਜੀ ਦੇ ਸ਼ਖਸੀਅਤ ਦਾ ਇੱਕ ਹੋਰ ਇੱਕ ਸੈਨਾਪਤੀ ਦਾ ਜਿਹੜਾ ਪੱਖ ਹੈ ਕਿ ਕਿਸ ਤਰੀਕੇ ਨਾਲ ਲੜਾਈਆਂ ਲੜਨੀਆਂ ਹਨ, ਉਹਦੀ ਕੀ ਸਟ੍ਰੈਟਜੀ ਬਣਾਉਣੀ ਆ, ਉਸ ਪੱਖ ਨੂੰ ਇਹ ਉਜਾਗਰ ਕਰਦਾ, ਇਹ ਸਾਡੇ ਵਾਸਤੇ ਆਇਆ। ਤਾਂ ਇਹ 4 ਚੈਪਟਰ ਜਿਹੜੇ ਹਨ, ਪਹਿਲਾ ਪੰਥ ਪ੍ਰਗਾਸ਼ ਦਾ ਜਿਹੜਾ ਭੂਮਿਕਾ ਦਾ ਹੈ, ਤੇ 3 ਚੈਪਟਰ ਜਿਹੜੇ ਹਨ ਉਹ ਯੁੱਧਾਂ ਦੇ। ਇਹ ਲਿਖਣ ਤੋਂ ਬਾਅਦ ਹੁਣ ਉਹ ਅੱਗੋਂ ਸਿੱਧਾ ਜਾ ਪਹੁੰਚਦਾ ਹੈ ਜੋ ਗੁਰੂ ਸਾਹਿਬ ਦੇ ਜੀਵਨ ਦਾ ਸਭ ਤੋਂ ਵੱਡਾ ਕਾਰਨਾਮਾ ਅਸੀਂ ਕਹਿੰਦੇ ਹਾਂ, ਖਾਲਸੇ ਪੰਥ ਦੀ ਸਥਾਪਨਾ ਕਰਨਾ। ਇਹਦੇ ਉੱਤੇ ਉਹਨੇ 3 ਚੈਪਟਰ ਲਿਖਿਆ ਇਸ ਇਵੈਂਟ ਦੇ ਬਾਰੇ। ਇਹਨਾਂ ਦੇ ਨਾਮ ਵੀ ਬੜੇ ਸੁੰਦਰ ਰੱਖੇ ਹਨ। ਪਹਿਲਾ ਚੈਪਟਰ ਹੈ ਬਚਨ ਪ੍ਰਗਾਸ, ਜਿਹਦੇ ਵਿੱਚ ਖਾਲਸਾ ਪੰਥ ਦੀ ਰਚਨਾ ਜਿਹੜੀ ਹੈ ਉਹਦੇ ਬਾਰੇ ਉਹ ਲਿਖਦਾ ਹੈ। ਦੂਜਾ ਚੈਪਟਰ ਜਿਹੜਾ ਹੈ ਉਹਨੂੰ ਬਚਨ ਵਿਚਾਰ, ਸਤਿਗੁਰਾਂ ਜੀ ਦੇ ਉਹਦੇ ਵਿੱਚ ਜੋ ਭਾਵਨਾਵਾਂ ਵਿਚਾਰ ਹਨ ਉਹ ਪ੍ਰਗਟ ਕੀਤੇ ਹਨ। ਤੇ ਤੀਜਾ ਚੈਪਟਰ ਜਿਹੜਾ ਹੈ, ਯਾਨੀ ਕਿ 7ਵਾਂ ਚੈਪਟਰ ਜਿਹੜਾ ਹੈ, ਉਹ ਰਹਿਤ ਪ੍ਰਗਾਸ ਹੈ। ਹੁਣ ਇਹਦੇ ਮੈਂ ਚੁੱਕੇ, ਇਹਦੇ ਵਿੱਚ ਬਹੁਤ ਸਾਰਾ ਜੋ ਵਿਸਥਾਰ ਹੈ ਉਹ ਸਿਧਾਂਤਕ ਹੈ, ਅਸੀਂ ਉਹਦੇ ਵਿੱਚ ਨਹੀਂ ਜਾਵਾਂਗੇ। ਕੇਵਲ 2-3 ਚੀਜ਼ਾਂ ਜਿਹੜੀਆਂ ਬਾਕੀਆਂ ਨਾਲੋਂ ਫਰਕ ਹਨ, ਉਹਦੇ ਬਾਰੇ ਮੈਂ ਦੱਸਣਾ ਚਾਹਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਜਦੋਂ ਖਾਲਸਾ ਸਾਜਨਾ ਦੀ ਘਟਨਾ ਦਾ ਅਸੀਂ ਜ਼ਿਕਰ ਕਰਦੇ ਹਾਂ ਤੇ ਇੱਕ ਐਕਸੈਪਟਡ ਨੈਰੇਟਿਵ ਸਾਡਾ ਅੱਜ, ਜਿਹਨੂੰ ਹਰ ਬੰਦਾ, ਮੈਂ ਵੀ, ਤੁਸੀਂ ਵੀ, ਹਰ ਬੰਦਾ ਸਾਡੇ ਚੋਂ ਮੰਨਦਾ ਹੈ ਕਿ ਸਤਿਗੁਰੂ ਜੀ ਸੰਗਤ ਦੇ ਵਿੱਚ ਆਏ, ਉਹਨਾਂ ਨੇ ਸਿਰਾਂ ਦੀ ਮੰਗ ਕੀਤੀ ਤੇ 5 ਸਿੰਘਾਂ ਨੇ ਉੱਠ ਕੇ ਆਪਣੇ ਸਿਰ ਆਫਰ ਕੀਤੇ। ਉਹਨਾਂ ਦੇ ਨਾਮ ਵੀ ਸਾਨੂੰ 5 ਪਿਆਰਿਆਂ ਦੇ ਪਤਾ ਹਨ। ਤੋਂ ਇਹ ਸਾਰਾ ਜਿਹੜਾ ਹੈ ਉਹ ਪੂਰਾ ਬਿਰਤਾਂਤ ਜਿਹੜਾ ਹੈਗਾ
ਉਹ ਸਾਨੂੰ ਜ਼ੁਬਾਨੀ ਯਾਦ ਹੈ ਸਭ ਨੂੰ। ਉਹ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਹਰ ਸਾਲ ਵਿਸਾਖੀ ਤੇ ਸਤਿਗੁਰੂ ਜੀ ਦੇ ਗੁਰਪੁਰਬਾਂ ਦੇ ਉੱਤੇ ਔਰ ਹੋਰ ਅਨੇਕਾਂ ਮੌਕਿਆਂ ਦੇ ਉੱਤੇ ਬਿਰਤਾਂਤ ਅਸੀਂ ਸੁਣਦੇ ਹਾਂ। ਪਰ ਜਦੋਂ ਅਸੀਂ ਇਹਦੇ ਵਿੱਚ ਅਸੀਂ ਦੇਖਦੇ ਹਾਂ ਪੁਸਤਕ ਦੇ ਵਿੱਚ, ਤਾਂ ਉਹਦੇ ਵਿੱਚ ਕਵੀ ਜੀ ਨੇ ਇਸ ਚੀਜ਼ ਨੂੰ ਬਿਲਕੁਲ ਜਿਹੜਾ ਹੈ ਉਹ ਜ਼ਿਕਰ ਨਹੀਂ ਕੀਤਾ। ਇਹਦੇ ਵਿੱਚ ਉਹ ਆਪ ਜੀ ਨੇ ਜੋ ਲਿਖਿਆ ਹੈ, ਉਹਦੇ ਵਿੱਚ ਉਹਨਾਂ ਨੇ ਸਿੰਪਲੀ ਇਹ ਡਿਸਕ੍ਰਾਈਬ ਕਰ ਦਿੱਤਾ ਹੈ ਕਿ ਸਤਿਗੁਰੂ ਜੀ ਨੇ ਖਾਲਸਾ ਸਾਜਿਆ ਤੇ ਖਾਲਸਾ ਸਾਜਣ ਤੋਂ ਬਾਅਦ ਉਹਨਾਂ ਨੇ ਆਪ ਜਿਹੜਾ ਹੈ ਪੰਜਾਂ ਦੇ ਕੋਲੋਂ ਪੰਜ ਪਿਆਰੇ ਸਾਜੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਅੰਮ੍ਰਿਤ ਆਪ ਛਕਿਆ ਤੇ ਫਿਰ ਰਹਿਤ ਦੱਸੀ। ਤੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਕਵੀ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਿਵੇਂ ਕੀਤੀ ਉਹਦੇ ਬਾਰੇ ਕੋਈ ਸਾਨੂੰ ਦੱਸਿਆ ਨਹੀਂ। ਹੁਣ ਇਹਦੇ ਬਾਰੇ ਉਹਨਾਂ ਦੇ ਕੀ ਵਿਚਾਰ ਸਨ, ਕਿਉਂਕਿ ਅਸੀਂ ਤਾਂ ਇਹ ਮੰਨਦੇ ਹਾਂ ਕਿ ਉਹ ਚਸ਼ਮਦੀਦ ਗਵਾਹ ਸਨ। ਨਾ ਉਹਨਾਂ ਨੇ ਪੰਜਾਂ ਪਿਆਰਿਆਂ ਦੇ ਵਿਅਕਤੀਆਂ ਦੇ ਵਿੱਚ ਕੋਈ ਇੰਟਰਸਟ ਸ਼ੋਅ ਕੀਤਾ, ਕਿਤੇ ਵੀ ਕੋਈ ਨਾਮ ਨਹੀਂ ਦਿੱਤੇ ਔਰ ਇਹੀ ਲਿਖਿਆ ਕਿ ਪੰਜਾਂ ਦੇ ਅੱਗੇ ਗੁਰੂ ਸਾਹਿਬ ਨੇ ਸੀਸ ਨਿਵਾਇਆ ਤੇ ਦਾਤ ਮੰਗੀ ਅੰਮ੍ਰਿਤ ਦੀ ਤੇ ਅੰਮ੍ਰਿਤ ਛਕਿਆ। ਤੋ ਇਹ ਵੱਡਾ ਫਰਕ ਜਿਹੜਾ ਸਾਡੇ ਬਿਰਤਾਂਤ ਨਾਲੋਂ ਇਸ ਪੁਸਤਕ ਦੇ ਵਿੱਚ ਸਾਨੂੰ ਮਿਲਦਾ ਹੈ। ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ। ਜੋ ਰੌਚਕ ਬਿਰਤਾਂਤ ਸਾਨੂੰ ਸੁਣਾਇਆ ਜਾਂਦਾ ਹੈ ਉਹ ਇਹਦੇ ਵਿੱਚ ਬਿਲਕੁਲ ਨਹੀਂ ਹੈ ਕਿ ਸਤਿਗੁਰੂ ਜੀ ਆਏ, ਉਹਨਾਂ ਨੇ ਸੀਸ ਦੀ ਮੰਗ ਕੀਤੀ ਤਾਂ ਇਸ ਤਰੀਕੇ ਦੇ ਨਾਲ। ਫਿਰ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਜਿਹੜੇ ਪੰਜ ਕਕਾਰੀ ਰਹਿਤ ਸਾਨੂੰ ਦੱਸੀ ਜਾਂਦੀ ਹੈ ਉਹਦਾ ਵੀ ਕੋਈ ਜ਼ਿਕਰ ਸਿੱਧੇ ਤੌਰ ਤੇ ਨਹੀਂ ਕੀਤਾ। ਹੁਣ ਇਹਦਾ ਕੀ ਕਾਰਨ ਹੈ ਇਹ ਤਾਂ ਕਵੀ ਜੀ ਹੀ ਜਾਣਦੇ ਹਨ, ਪਰ ਹੋ ਸਕਦਾ ਹੈ ਕਿ ਉਹਨਾਂ ਨੂੰ ਲੱਗਿਆ ਹੋਵੇ ਕਿ ਇਹ ਰਹਿਤ ਦੇ ਬਹੁਤੇ ਅੰਗ ਤਾਂ ਸਿੱਖਾਂ ਦੇ ਵਿੱਚ ਪਹਿਲਾਂ ਹੀ ਸਨ। ਕੇਸ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਰੱਖੇ ਜਾਣੇ ਸ਼ੁਰੂ ਹੋ ਗਏ ਸਨ। ਕਿਰਪਾਨਧਾਰੀ ਸਿੱਖਾਂ ਨੂੰ ਸਤਿਗੁਰੂ ਜੀ ਬਣਾ ਹੀ ਚੁੱਕੇ ਸਨ, ਛੇਵੇਂ ਪਾਤਸ਼ਾਹ ਹੀ ਬਣਾ ਚੁੱਕੇ ਸਨ ਤੇ ਉਦੋਂ ਤੋਂ ਹੀ ਖਾਲਸਾ ਸਿੱਖ ਜਿਹੜੇ ਸਨ ਉਹ ਸ਼ਸਤਰਧਾਰੀ ਹੋ ਚੁੱਕੇ ਸਨ। ਤੇ ਹੁਣ ਤਾਂ ਤੇਗ ਪ੍ਰਕਾਸ਼ ਦਾ ਇੱਕ ਚੈਪਟਰ ਲਿਖ ਕੇ ਔਰ ਯੁੱਧਾਂ ਦਾ ਵਰਣਨ ਕਰਕੇ ਖਾਲਸਿਆਂ ਨੂੰ ਹਰ ਵੇਲੇ ਹਥਿਆਰਬੰਦ ਹੋਣ ਦੀ ਹਦਾਇਤ ਗੁਰੂ ਸਾਹਿਬ ਵੱਲੋਂ ਹੋ ਹੀ ਚੁੱਕੀ ਸੀ। ਸ਼ਾਇਦ ਉਹਦੀ ਨਜ਼ਰ ਦੇ ਵਿੱਚ ਇਹ ਕੋਈ ਇੰਪੋਰਟੈਂਟ ਗੱਲ ਨਹੀਂ ਹੋਏਗੀ ਜਾਂ ਉਹਨੂੰ ਲੱਗਿਆ ਨਹੀਂ ਹੋਏਗਾ। ਕਿਸ ਤਰੀਕੇ ਨਾਲ ਉਹਨੇ ਲਿਖਿਆ, ਉਹ ਕੇਵਲ ਇੱਕ ਚੀਜ਼ ਦੇ ਬਾਰ-ਬਾਰ ਲਿਖਦਾ ਹੈ ਕਿ ਕੇਸਾਂ ਨੂੰ ਭੱਦਨ ਨਹੀਂ ਕਰਾਉਣਾ, ਕੇਸਾਂ ਨੂੰ ਮੁੰਡਾਉਣਾ ਨਹੀਂ ਹੈ। ਇਹ ਚੀਜ਼ ਬਾਰ-ਬਾਰ ਲਿਖਦਾ। ਕੇਸ ਰੱਖਣ ਦੀ ਗੱਲ ਜਿਹੜੀ ਰਹਿਤ ਦੇ ਵਿੱਚੋਂ ਨਹੀਂ ਲਿਖਦਾ, ਪਰ ਜਿਨ੍ਹਾਂ ਨੂੰ ਅੱਜ ਅਸੀਂ ਕੁਰੈਤਾ ਮੰਨਦੇ ਹਾਂ ਉਹਦੇ ਉੱਤੇ ਉਹ ਬਹੁਤ ਜ਼ੋਰ ਦਿੰਦਾ। ਉਹ ਬਾਕੀ ਸਾਰੀਆਂ ਗੱਲਾਂ ਲਿਖਦਾ ਜਿਹੜੀ ਰਹਿਤ ਦੇ ਵਿੱਚ ਹੈ ਕਿ ਇਹਨਾਂ ਪੰਜਾਂ ਦੇ ਨਾਲ ਨਹੀਂ ਵਰਤਣਾ, ਕਿਹੜੇ ਕੰਮ ਕਰਨੇ ਹਨ, ਸੰਗਤ ਦੇ ਨਾਲ ਸੰਗਤ ਦੇ ਵਿੱਚ ਰਹਿਣਾ ਹੈ, ਮਸੰਦਾਂ ਦਾ ਸਾਥ ਛੱਡਣਾ ਹੈ। ਇਹ ਸਾਰੀਆਂ ਗੱਲਾਂ ਉਹ ਬਾਰ-ਬਾਰ ਸਾਨੂੰ ਦ੍ਰਿੜ ਕਰਾਉਂਦਾ, ਜਿਨ੍ਹਾਂ ਦੀ ਆਪਾਂ ਹੋਰ ਚੱਲ ਕੇ ਵੀ ਅੱਗੇ ਵਿਚਾਰ ਕਰਾਂਗੇ। ਪਰ ਇਹ ਜਿਹੜੇ ਦੋ ਫਰਕ ਮੈਂ ਇੱਥੇ ਮਹਿਸੂਸ ਕੀਤੇ ਹਨ ਉਹ ਮੈਂ ਆਪ ਜੀ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਸੀ ਕਿ ਇਹ ਸਾਡੇ ਇਤਿਹਾਸ ਦੇ ਵਿੱਚ ਥੋੜਾ ਜਿਹਾ ਸਾਨੂੰ ਇੱਥੇ ਚੇਂਜ ਦਿਸਦਾ ਹੈ। ਇਸ ਤੋਂ ਬਾਅਦ ਜਦੋਂ ਸਤਿਗੁਰੂ ਜੀ ਨੇ ਇਹ ਕੀਤਾ ਆਪਣਾ, ਜਦੋਂ ਇਹ ਖਾਲਸਾ ਸਾਜਣ ਦਾ ਜਿਹੜਾ ਅਧਿਆਇ ਜਿਹੜਾ ਆਪਾਂ ਪੂਰਾ ਕਰ ਲਈਏ ਤੇ ਇਹਦੇ ਵਿੱਚ ਇਹ ਗੱਲਾਂ ਹੋ ਗਈਆਂ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਕੀ ਕਰਦਾ ਹੈ ਕਿ ਜਿਹੜੇ ਆਪਣਾ ਹੁਸੈਨੀ ਯੁੱਧ ਜਿਹੜੇ ਉਹ ਯੁੱਧ ਹਨ, ਇਹ ਰਹਿਤ ਦਾ ਪ੍ਰਕਾਸ਼ ਦਾ ਚੈਪਟਰ ਪੂਰਾ ਉਹ ਲਿਖਦਾ। ਉਹਦੇ ਵਿੱਚ ਇੱਕ ਹੋਰ ਬੜੀ ਐਸੀ ਘਟਨਾ ਲਿਖਦਾ ਜਿਹੜੀ ਸਾਨੂੰ ਬੜੀ ਰੀਅਲਿਸਟਿਕ ਲਿਖਦੀ, ਪਰ ਹੋਰ ਕਿਸੇ ਲਿਖਾਰੀ ਨੇ ਜਾਂ ਅਸੀਂ ਕਦੀ ਸੁਣਦੇ ਵੀ ਨਹੀਂ ਹਾਂ, ਘੱਟੋ ਘੱਟ ਮੇਰੇ ਵਾਸਤੇ ਤਾਂ ਨਵੀਂ ਸੀ। ਤਾਂ ਮੈਂ ਆਪ ਜੀ ਦੇ ਨਾਲ ਥੋੜੀ ਜਿਹੀ ਵਿਸਥਾਰ ਉਹਦੀ ਦੱਸਣੀ ਚਾਹਾਂਗਾ। ਕਹਿੰਦਾ ਹੈ ਕਿ ਜਦੋਂ ਬਹੁਤ ਸਾਰੇ ਸਿੱਖਾਂ ਨੇ ਪੰਜਾਂ ਦੇ ਕੋਲੋਂ ਇਹ ਅੰਮ੍ਰਿਤ ਛਕ ਲਿਆ ਵਿਸਾਖੀ ਦੇ ਉੱਤੇ ਤੇ ਘਰੋਂ ਘਰੀ ਗਏ, ਤਾਂ ਹੁਣ ਸਾਰੇ ਤਾਂ ਆਏ ਨਹੀਂ ਸਨ। ਉਹ ਦਿੱਲੀ ਦੀ ਘਟਨਾ ਲਿਖਦਾ ਹੈ ਕਿ ਉੱਥੋਂ ਦੇ ਜਿਹੜੇ ਬ੍ਰਾਹਮਣ ਤੇ ਖੱਤਰੀ ਸਨ, ਉਹਨਾਂ ਨੂੰ ਜਦੋਂ ਇਹਨਾਂ ਨੇ ਜਾ ਕੇ ਦੱਸਿਆ ਕਿ ਵੀ ਹੁਣ ਭੱਦਨ ਨਹੀਂ ਕਰਾਉਣਾ, ਕੇਸ ਨਹੀਂ ਮਨਾਉਣੇ, ਤੇ ਇਹ ਸਾਰੀਆਂ ਗੱਲਾਂ ਦੱਸੀਆਂ, ਤੇ ਬ੍ਰਾਹਮਣ ਤੇ ਖੱਤਰੀ ਜਿਹੜੇ ਸਿੱਖ ਸਨ ਉੱਥੋਂ ਦੇ, ਉਹ ਕਹਿਣ ਨਹੀਂ ਨਹੀਂ ਤੁਸੀਂ ਇਹ ਗੱਲ ਕਿਵੇਂ ਕਹਿ, ਗੁਰੂ ਸਾਹਿਬ ਇਹ ਗੱਲ ਕਹਿ ਹੀ ਨਹੀਂ ਸਕਦੇ। ਜੇ ਅਸੀਂ ਭੱਦਨ ਨਹੀਂ ਕਰਾਵਾਂਗੇ, ਜੇ ਅਸੀਂ ਮੁੰਡਨ ਨਹੀਂ ਕਰਾਵਾਂਗੇ ਤੇ ਸਾਡੇ ਕੁਲਾਂ ਦੀ ਰੀਤ ਕਿਵੇਂ ਚੱਲੇਗੀ। ਤੋ ਇਸ ਗੱਲ ਦੇ ਉੱਤੇ ਕਾਫੀ ਤਕਰਾਰ ਹੋ ਗਿਆ ਖਾਲਸਿਆਂ ਵਿੱਚ ਤੇ ਜਿਹੜੇ ਹਾਲੇ ਖਾਲਸੇ ਨਹੀਂ ਬਣੇ ਸਨ ਉਹਨਾਂ ਦੇ ਵਿੱਚ। ਇਹਦਾ ਉਹ ਕਾਫੀ ਵਿਸਥਾਰ ਲਿਖਦਾ ਕਿ ਉੱਥੇ ਉਹਨਾਂ ਦਾ ਝਗੜਾ ਹੋ ਗਿਆ ਤੇ ਇੱਕ ਦਿਨ ਐਸਾ ਹੋਇਆ ਕਿ ਖਾਲਸਿਆਂ ਨੇ, ਉਹ ਜਿਹੜੇ ਆਕੀ ਸਨ ਇਸ ਗੱਲ ਨੂੰ ਮੰਨਣ ਤੋਂ, ਉਹਨਾਂ ਵਿੱਚੋਂ ਕੋਈ ਸਿੱਖ ਆਇਆ ਸੰਗਤ ਦੇ ਵਿੱਚ ਤੇ ਉਹਨਾਂ ਨੇ ਉਹਨੂੰ ਸੰਗਤ ਵਿੱਚੋਂ ਉਠਾ ਦਿੱਤਾ, ਜਿਹਦੇ ਤੇ ਝਗੜਾ ਵੱਧ ਗਿਆ। ਇਹ ਵੱਧ ਗਿਆ ਤਾਂ ਬ੍ਰਾਹਮਣਾਂ ਤੇ ਖੱਤਰੀਆਂ ਨੇ ਫਿਰ, ਚੁੱਕਿ ਉਹ ਜ਼ਿਆਦਾ ਆਪਾਂ ਸਮਝੀਏ ਕਿ ਫਾਈਨੈਂਸ਼ੀਅਲੀ ਵੈਲ ਆਫ ਹੋਣਗੇ, ਟ੍ਰੇਡਰ ਕਮਿਊਨਿਟੀ ਦੇ ਵਿੱਚ ਹੋਣਗੇ,
ਤਾਂ ਉਹਨਾਂ ਦੀ ਸਰਕਾਰੀ ਦਰਬਾਰੇ ਵੀ ਚੱਲਦੀ ਸੀ, ਤਾਂ ਉਹਨਾਂ ਨੇ ਉਹ ਇਹ ਕਿਹਾ ਵੀ ਇਹਨਾਂ ਨੂੰ ਹੁਣ ਸਬਕ ਸਿਖਾਉਣਾ ਪਏਗਾ। ਤੇ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਇਹ ਲੋਕ ਉਹਨਾਂ ਦੇ ਬਿਜ਼ਨੈਸਿਸ ਦੇ ਵਿੱਚ ਕੰਮ ਕਰਦੇ ਸਨ, ਉਹਨਾਂ ਨੂੰ ਤੰਗ ਕਰਨ ਲਈ ਉਹਨਾਂ ਨੇ ਹੜਤਾਲ ਕਰ ਦਿੱਤੀ, ਦੁਕਾਨਾਂ ਬੰਦ ਕਰ, ਤੇ ਉਹਨਾਂ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਝਗੜਾ ਵਧਿਆ, ਉਹਨਾਂ ਦੇ ਆਪਸ ਵਿੱਚ ਤਕਰਾਰ ਵਧੀ, ਤਾਂ ਜਿਹੜੇ ਇਨਫਲੂਐਂਸ਼ੀਅਲ ਬੰਦੇ ਸਨ, ਖੱਤਰੀ ਤੇ ਬ੍ਰਾਹਮਣ, ਉਹ ਹਾਕਮ ਦੇ ਕੋਲ ਦਿੱਲੀ ਦੇ ਵਿੱਚ ਗਏ। ਤੇ ਚੂੰਕਿ ਉਹ ਵੀ ਇਹਨਾਂ ਦੇ ਉੱਤੇ ਡਿਪੈਂਡੈਂਟ ਸਨ, ਕਿਉਂਕਿ ਟ੍ਰੇਡਰ ਕਮਿਊਨਿਟੀ ਸੀ, ਤਾਂ ਉਹਨਾਂ ਨੇ ਵੀ ਇਹਨਾਂ ਦੀ ਗੱਲ, ਇਹਨਾਂ ਦਾ ਪਾਸਾ ਪੂਰਿਆ। ਉਹਨਾਂ ਨੂੰ ਕਿਹਾ ਵੀ ਤੁਸੀਂ ਦੁਕਾਨਾਂ ਖੋਲੋ ਤੇ ਇਹਨਾਂ ਨੂੰ ਬੁਲਾਓ, ਪਰ ਇਹ ਨਹੀਂ ਗਏ ਉਹਨਾਂ ਦੀਆਂ ਦੁਕਾਨਾਂ ਤੇ ਕੰਮ ਕਰਨ ਲਈ। ਗੱਲ ਵੱਧਦੀ ਗਈ, ਪਰ ਅਖੀਰ ਦੇ ਉੱਤੇ ਜਦੋਂ ਹਾਕਮ ਨੇ ਦੇਖਿਆ, ਤੇ ਸ਼ਾਇਦ ਉਹਨੇ ਇਸੇ 'ਚ ਹੀ ਭਲਾ ਸਮਝਿਆ ਕਿ ਮੈਂ ਇਸ ਝਗੜੇ 'ਚੋਂ ਕੀ ਲੈਣਾ, ਤੇ ਉਹਨੇ ਦੋਵਾਂ ਦੀ ਮੀਟਿੰਗ ਬੁਲਾਈ ਖੁੱਲੇ ਥਾਂ ਦੇ ਉੱਤੇ। ਉੱਥੇ ਵੀ ਗੱਲਬਾਤ ਹੋਈ ਇਹਨਾਂ ਦੀ ਆਪਸ ਵਿੱਚ, ਪਰ ਕੋਈ ਰਾਹ ਨਾ ਲੱਭਾ। ਤਾਂ ਹਾਕਮ ਨੇ ਹੁਕਮ ਦੇ ਦਿੱਤਾ ਕਿ ਤੁਸੀਂ ਆਪਣੀਆਂ ਦੁਕਾਨਾਂ ਖੋਲੋ, ਅੱਜ ਤੋਂ ਬਾਅਦ ਕੋਈ ਹੜਤਾਲ ਨਹੀਂ ਹੋਏਗੀ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਜਦੋਂ ਇਹ ਹੁਕਮ ਜਾਰੀ ਹੋ ਗਿਆ, ਤਾਂ ਫਿਰ ਆਪਸ ਵਿੱਚ ਗੱਲਬਾਤ ਹੋਈ। ਤੇ ਫਿਰ ਹੌਲੀ ਹੌਲੀ ਜਿਹੜੇ ਸਾਰੇ ਲੋਕ ਸਨ, ਉਹਨਾਂ ਨੇ ਇਹ ਤਜਵੀਜ਼ ਦਿੱਤੀ ਕਿ ਆਪਾਂ ਵੇਟ ਕਰਦੇ ਹਾਂ ਕਿ ਗੁਰੂ ਦਾ ਜੇ ਲਿਖਤੀ ਹੁਕਮ ਆ ਗਿਆ, ਤੇ ਤਾਂ ਅਸੀਂ ਇਸ ਗੱਲ ਉੱਤੇ ਅਮਲ ਕਰਾਂਗੇ, ਨਹੀਂ ਤੇ ਨਹੀਂ ਕਰਾਂਗੇ। ਪਰ ਖਾਲਸੇ ਆਪਣੀ ਗੱਲ ਦੇ ਉੱਤੇ ਅੜੇ ਰਹੇ, ਉਹਨਾਂ ਨੂੰ ਸਮਝਾਇਆ। ਤੇ ਇਹ ਲਿਖਦਾ ਹੈ ਕਿ ਅੰਤ ਦੇ ਵਿੱਚ ਖਾਲਸਿਆਂ ਨੇ ਆਪਣੀ ਗੱਲ ਉਹਨਾਂ ਨੂੰ ਪੂਰੀ ਤਰ੍ਹਾਂ ਸਮਝਾ ਦਿੱਤੀ। ਤੇ ਫਿਰ ਉਹ ਸਾਰੇ ਰਲ ਮਿਲ ਕੇ ਸਤਿਗੁਰੂ ਜੀ ਦੇ ਕੋਲ ਆਏ। ਆ ਕੇ ਉਹਨਾਂ ਨੇ ਆਪਣੀ ਭੁੱਲ ਬਖਸ਼ਵਾਈ, ਤੇ ਬਖਸ਼ਣ ਨਾਲ ਸਤਿਗੁਰੂ ਜੀ ਨੇ ਭੁੱਲ ਬਖਸ਼ ਦਿੱਤੀ। ਹੁਣ ਇਹ ਘਟਨਾ ਜਿਹਦਾ ਵਰਤਾਂਤ ਇਹਨੇ ਕਾਫੀ ਡਿਟੇਲ ਦੇ ਵਿੱਚ ਦਿੱਤਾ ਹੈ ਸ੍ਰੀ ਗੁਰੂ ਸੋਭਾ ਦੇ ਵਿੱਚ, ਇਹ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ, ਜਿਹੜੀ ਸਾਨੂੰ ਇਹ ਦੱਸਦੀ ਹੈ ਕਿ ਜਦੋਂ ਸਤਿਗੁਰੂ ਜੀ ਨੇ ਖਾਲਸਾ ਸਾਜਿਆ, ਤਾਂ ਜਿਹੜੀਆਂ ਅੱਜ ਕੱਲ੍ਹ ਗੱਲਾਂ ਕਹੀਆਂ ਜਾਂਦੀਆਂ ਹਨ ਕਿ ਸਿੱਖਾਂ ਦੇ ਵਿੱਚ ਇਹ ਗੱਲ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਹੈ, ਇਹ ਸਿੱਖਾਂ ਦਾ ਰੂਪ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਹੈ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹਨ, ਉਹ ਸਾਰੀਆਂ ਉਸ ਵੇਲੇ ਵੀ ਹੁੰਦੀਆਂ ਰਹੀਆਂ ਹਨ। ਉਸ ਵੇਲੇ ਵੀ ਸਿੱਖਾਂ ਦਾ ਇੱਕ ਸੈਕਸ਼ਨ ਆਕੀ ਹੁੰਦਾ ਰਿਹਾ ਹੈ, ਭਾਵੇਂ ਮੁੜ ਕੇ ਫਿਰ ਝੁੱਕ ਕੇ ਉਹ ਆ ਗਏ। ਪਰ ਇਹ ਇੱਕ ਨਵਾਂ ਬਿਰਤਾਂਤ ਹੈ ਜੋ ਮੇਰੀ ਨਜ਼ਰ ਵਿੱਚ ਆਇਆ, ਜੋ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ, ਜੋ ਆਮ ਤੌਰ ਦੇ ਉੱਤੇ ਅਸੀਂ ਸੁਣਦੇ ਨਹੀਂ। ਖੈਰ, ਇਸ ਤੋਂ ਅੱਗੇ ਚੱਲਦੇ ਹਾਂ, ਤਾਂ ਫਿਰ ਇਹ ਅਗਲੇ ਚੈਪਟਰ ਦੇ ਵਿੱਚ ਆਨੰਦਪੁਰ ਦੇ ਪਹਿਲੇ ਯੁੱਧ ਦੀ ਆਪਣਾ ਬਿਰਤਾਂਤ ਲਿਖਦਾ ਹੈ। ਉਦੋਂ ਤੱਕ ਭੀਮ ਚੰਦ ਕਹਿਲੂਰੀਆ, ਜਿਹੜਾ ਭੰਗਾਣੀ ਦੇ ਯੁੱਧ ਵਿੱਚ ਸ਼ਾਮਲ ਸੀ, ਉਹ ਮਰ ਗਿਆ ਸੀ। ਉਹਦਾ ਨੌਜਵਾਨ ਪੁੱਤਰ ਅਜਮੇਰ ਚੰਦ ਕਹਿਲੂਰ ਦਾ ਰਾਜਾ ਬਣਿਆ ਸੀ। ਸ਼ਾਇਦ ਨਵਾਂ ਰਾਜਾ ਹੋਣ ਕਰਕੇ ਉਹਨੂੰ ਜੋਸ਼ ਸੀ, ਤੇ ਉਹਨੇ ਸਤਿਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਬਈ ਤੁਸੀਂ ਸਾਡੇ ਇਲਾਕੇ ਦੇ ਵਿੱਚ ਰਹਿੰਦੇ ਹੋ, ਤੇ ਤੁਸੀਂ ਇੱਥੇ ਰਹਿੰਦੇ ਹੋ, ਜਾਂ ਤੇ ਸਾਨੂੰ ਟੈਕਸ ਦਿਓ, ਤੇ ਜਾਂ ਸਾਡਾ ਇਲਾਕਾ ਛੱਡ ਕੇ ਚਲੇ ਜਾਓ, ਤੇ ਜੇ ਨਹੀਂ ਤਾਂ ਫਿਰ ਅਸੀਂ ਤੁਹਾਡੇ ਨਾਲ ਯੁੱਧ ਕਰਾਂਗੇ ਤੇ ਤੁਹਾਨੂੰ ਕੱਢ ਦਿਆਂਗੇ। ਤਾਂ ਇਹ ਜੋ ਉਹਨੇ ਚਿੱਠੀ ਲਿਖੀ, ਤਾਂ ਉਹਨੇ ਲਿਖਿਆ, ਭੇਜ ਦਿਓ ਲਿਖ ਕੇ ਉਹਨੇ, ਅਬ ਛਾਡੋ ਗੁਰੂ ਜੀ ਭੂਮ ਹਮਾਰੀ, ਸਾਡਾ ਇਲਾਕਾ ਛੱਡ ਦਿਓ। ਕਹਿ ਕਛ ਦਾਮ ਦਇਆ ਕਰ ਦੇਵੋ, ਕਹਿ ਯੁੱਧ ਕਰੋ ਜਾਂ ਬਾਤ ਵਿਚਾਰ। ਹੁਣ ਜਾਂ ਤੇ ਸਾਨੂੰ ਤੁਸੀਂ ਟੈਕਸ ਦਿਓ, ਤੇ ਜੇ ਨਹੀਂ ਤਾਂ ਫਿਰ ਯੁੱਧ ਦੇ ਲਈ ਤਿਆਰ ਹੋ ਜਾਓ। ਤਾਂ ਕਵੀ ਲਿਖਦਾ ਹੈ ਕਿ ਜਦੋਂ ਸਤਿਗੁਰੂ ਜੀ ਨੇ ਚਿੱਠੀ ਪੜ੍ਹੀ, ਤਾਂ ਉਹ ਜੋਸ਼ ਦੇ ਵਿੱਚ ਆ ਗਏ। ਸੁਨਤ ਬਾਦ ਸਤਿਗੁਰ ਤਬੈ ਕੋਪ ਭਇਓ ਮਨ ਮਾਏ, ਰਾਜ ਤੇਜ ਦੋ ਬਣੈ ਤੇ ਸਮਾਨ ਕੋ ਨਾਏ। ਕੋਪ ਭਇਓ ਜੋ ਕਹਿਓ ਗੁਰੂ ਗੋਬਿੰਦ ਸਿੰਘ, ਸੋ ਯਾਬਿਦ ਦਾਮ ਨਾ ਦੀਜੈ। ਇਸ ਤਰ੍ਹਾਂ ਅਸੀਂ ਕੋਈ ਪੈਸਾ ਨਹੀਂ ਦੇਣਾ। ਮੂੜ ਅਜਾਨਨ ਸੋ ਹਿਤ ਕੌਣ ਹੈ, ਸਿੱਧ ਯਹ ਅਬ ਬੁੱਧੈ ਕੀਜੈ ਯੁੱਧੈ ਕੀਜੈ। ਮਾਂਗਤ ਦਾਨ ਸੁਜਾਨ ਯਹ ਅਬ ਨੇਜੋ ਕੀ ਨੋਕ, ਅਣੀ ਸੰਗ ਲੀਜੈ ਐਸੋ ਹੂ ਜਾਨ। ਕਰੀ ਅਬਮਾਨ ਤੂੰ ਮਾਰਗ ਮੈਂ ਪਰ ਨੀਰ ਨਾ ਪੀਜੈ। ਰਾਜਾ ਆਵ ਹਜੂਰ ਤੂੰ ਜੋ ਚਾਹੋ ਸੋ ਲੈ, ਕਹਿ ਕਛ ਯੁੱਧ ਵਿਰੁੱਧ ਕਰ ਸੋ ਏਕ ਨਾ। ਹੁਣ ਵੀ ਜੇ ਤੂੰ ਕੁਛ ਲੈਣਾ ਹੈ ਤਾਂ ਸਾਡੀ ਹਜ਼ੂਰੀ ਚ ਆ ਕੇ ਮੰਗ ਲੈ, ਤੇ ਅਸੀਂ ਤੈਨੂੰ ਦੇ ਦਿਆਂਗੇ, ਤੇਰੇ ਤੇ ਦਇਆ ਕਰਕੇ ਦੇ ਦਿਆਂਗੇ। ਤੂੰ ਚਿੱਠੀ 'ਚ ਲਿਖਿਆ ਨਾ ਦਇਆ, ਤਾਂ ਜੋ ਚਾਹੇ ਤੈਨੂੰ ਦੇ ਦਿਆਂਗੇ। ਪਰ ਜੇ ਯੁੱਧ ਦੀ ਤੂੰ ਧਮਕੀ ਦੇਣੀ ਹੈ, ਤਾਂ ਫਿਰ ਇੱਕ ਪੈਸਾ ਨਹੀਂ ਤੈਨੂੰ ਅਸੀਂ ਦੇਣਾ। ਤਾਂ ਫਿਰ ਇਸ ਤਰ੍ਹਾਂ ਉਹਨੇ ਆਪਣੇ ਨਾਲ ਰਾਜੇ ਇਕੱਠੇ ਕੀਤੇ। ਹੰਡੂਰ ਵਾਲਾ ਵੀ ਨਾਲ ਮਿਲਾ ਲਿਆ, ਨਾਲਾਗੜ੍ਹ ਵਾਲਾ। ਤਾਂ ਇਸ ਤਰੀਕੇ ਦੇ ਨਾਲ ਕੁਝ ਰਾਜਿਆਂ ਨੂੰ ਇਕੱਠੇ ਕਰਕੇ ਉਹ ਫੌਜ ਬਣ ਕੇ ਯੁੱਧ ਲਈ ਆ ਗਏ। ਤਾਂ ਜਦੋਂ ਯੁੱਧ ਲਈ ਆ ਗਏ, ਤਾਂ ਇਸ ਤੋਂ ਬਾਅਦ ਉਹਨਾਂ ਦੇ ਉੱਥੇ ਪਹੁੰਚ ਗਏ, ਤਾਂ ਅੱਗੋਂ ਸਤਿਗੁਰੂ ਜੀ ਨੇ ਵੀ ਆਪਣੀ ਫੌਜ ਤਿਆਰ ਕੀਤੀ ਹੋਈ ਸੀ। ਤਾਂ ਫਿਰ ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਬਈ ਹੁਣ ਕੀ ਕਰੀਏ।
ਕਿਉਂਕਿ ਇਹ ਐਕਸਪੈਕਟ ਨਹੀਂ ਸੀ ਕਰਦੇ ਕਿ ਸਤਿਗੁਰੂ ਜੀ ਇਸ ਤਰੀਕੇ ਨਾਲ ਸਾਹਮਣੇ ਮੁਕਾਬਲੇ ਤੇ ਫੌਜ ਲੈ ਆਣਗੇ। ਤਾਂ ਉਸ ਵੇਲੇ ਉਹ ਆਪਣੇ ਮੰਤਰੀਆਂ ਨਾਲ ਸਲਾਹ ਕਰਦੇ ਨੇ ਤੇ ਸੋਚ ਕੇ ਉਹਨਾਂ ਨੇ ਯੁੱਧ ਨਹੀਂ ਕੀਤਾ, ਕੁਝ ਫੌਜ ਵਾਪਸ ਭੇਜ ਦਿੱਤੀ ਤੇ ਘੇਰਾ ਪਾ ਕੇ ਬੈਠ ਗਏ ਕਿ ਗੁਰੂ ਜੀ ਝੁਕ ਜਾਣਗੇ, ਤੇ 1 ਮਹੀਨਾ ਘੇਰਾ ਪਿਆ ਰਿਹਾ ਇਸ ਕਵੀ ਦੇ ਮੁਤਾਬਕ, ਪਰ ਉਹਨਾਂ ਦੀ ਹਮਲਾ ਕਰਨ ਦੀ ਹਿੰਮਤ ਨਹੀਂ ਹੋਈ। ਜਦੋਂ ਹਿੰਮਤ ਨਹੀਂ ਹੋਈ ਤਾਂ ਸਤਿਗੁਰੂ ਜੀ ਇੱਕ ਵਾਰੀ ਫਿਰ ਯੁੱਧ ਬਣਾ ਕੇ ਆ ਗਏ, ਆਪਣਾ ਫੌਜ ਬਣ ਕੇ ਆ ਗਏ। ਤਾਂ ਫਿਰ ਦੁਚਿੱਤੀ ਹੋ ਗਈ ਕਿ ਹੁਣ ਕੀ ਕਰੀਏ। ਤਾਂ ਉਹਨਾਂ ਨੇ ਆਪਣੇ ਮੰਤਰੀਆਂ ਦੇ ਨਾਲ ਸਲਾਹ ਕੀਤੀ ਤੇ ਮੰਤਰੀਆਂ ਨੇ ਕਿਹਾ ਵੀ ਹੁਣ ਆਏ ਹੋ ਤੇ ਹੁਣ ਤਾਂ ਯੁੱਧ ਕਰਨਾ ਹੀ ਚਾਹੀਦਾ ਹੈ। ਇਸ ਵੇਲੇ ਜੇ ਸੁਲ੍ਹਾ ਕਰੋਗੇ ਤਾਂ ਬੜੀ ਬੇਇੱਜ਼ਤੀ ਹੋਏਗੀ। ਤਾਂ ਫਿਰ ਯੁੱਧ ਹੋਇਆ, 2-3 ਦਿਨ ਚੰਗਾ ਗਹਿ-ਗੱਚ ਯੁੱਧ ਹੋਇਆ, ਪਰ ਰਾਜੇ ਜਿੱਤ ਨਾ ਸਕੇ। ਤਾਂ ਉਹਨਾਂ ਨੇ ਫਿਰ ਉਹੀ ਚਾਲ ਚੱਲੀ ਜਿਹੜੀ ਅਸੀਂ ਬਾਰ-ਬਾਰ ਸੁਣਦੇ ਹਾਂ ਕਿ ਉਹਨਾਂ ਨੇ ਇੱਕ ਗਾਂ ਭੇਜੀ, ਸਹੁੰਆਂ ਖਾਧੀਆਂ ਤੇ ਨਾਲ ਸੁਨੇਹਾ ਭੇਜਿਆ ਕਿ ਵੀ ਅਸੀਂ ਤਾਂ ਘਰੋਂ ਸਹੁੰਆਂ ਖਾ ਕੇ ਆਏ ਹਾਂ ਕਿ ਤੁਹਾਡੇ ਕੋਲੋਂ ਇਲਾਕਾ ਛੁਡਾਉਣਾ ਹੈ, ਤਾਂ ਅਸੀਂ ਉਹਨਾਂ ਨੂੰ ਪੂਰੀ ਕੀਤੇ ਬਿਨਾਂ ਜਾ ਨਹੀਂ ਸਕਦੇ ਤੇ ਸਾਡੀ ਲਾਜ ਰੱਖੋ, ਤੁਸੀਂ ਥੋੜੇ ਦਿਨ ਲਈ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਅਸੀਂ ਕੋਈ ਨੁਕਸਾਨ ਨਹੀਂ ਕਰਾਂਗੇ। ਫਿਰ ਉਸੇ ਤਰ੍ਹਾਂ ਹੀ ਹੋਇਆ ਹੋਏਗਾ ਜਿਵੇਂ ਅੰਤ ਨੂੰ ਅਨੰਦਪੁਰ ਛੱਡਣ ਜੋਗੇ ਹੋਇਆ। ਸਿੱਖਾਂ ਨੇ ਵੀ ਸ਼ਾਇਦ ਕਿਹਾ ਹੋਏਗਾ ਸਤਿਗੁਰੂ ਜੀ ਨੂੰ, ਜਾਂ ਕੀ ਹੋਇਆ ਇਹ ਲਿਖਦਾ ਤਾਂ ਨਹੀਂ ਹੈ। ਤਾਂ ਫਿਰ ਗੁਰੂ ਜੀ ਨੇ ਫੈਸਲਾ ਕੀਤਾ ਕਿ ਚਲੋ ਕੋਈ ਗੱਲ ਨਹੀਂ, ਇਹਨਾਂ ਨੂੰ ਆਪਣੀਆਂ ਸਹੁੰ ਪੂਰੀਆਂ ਕਰ ਲੈਣ ਦਿਓ, ਇੱਕ ਵਾਰੀ ਅਸੀਂ ਛੱਡ ਕੇ ਚਲੇ ਜਾਂਦੇ ਹਾਂ, ਤੇ ਚਲੇ ਜਾਣਗੇ ਤੇ ਮੁੜ ਕੇ ਵਾਪਸ ਆ ਜਾਵਾਂਗੇ। ਤਾਂ ਗੁਰੂ ਜੀ ਨੇ ਉੱਥੇ ਨਿਮੋਹ ਪਿੰਡ ਦੇ ਕੋਲ ਇੱਕ ਉੱਚੀ ਥਾਂ ਦੇ ਉੱਤੇ ਡੇਰਾ ਜਾ ਕੇ ਕੀਤਾ ਤੇ ਉਹਦਾ ਨਾਮ ਰੱਖਿਆ ਨਿਰਮੋਹਗੜ੍ਹ, ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਡਿਸਕ੍ਰਿਪਟਿਵ ਨੇਮ ਹੈ ਕਿ ਸਤਿਗੁਰੂ ਜੀ ਨੇ ਆਨੰਦਪੁਰ ਵਸਾਇਆ ਸੀ, ਉੱਥੇ ਚੰਗੀਆਂ ਰੌਣਕਾਂ ਲਾਈਆਂ ਸਨ, ਪਰ ਇਹਦੇ ਬਾਵਜੂਦ ਸਤਿਗੁਰੂ ਜੀ ਨੇ ਉਹਦਾ ਕੋਈ ਮੋਹ ਨਹੀਂ ਕੀਤਾ। ਸਿਰਫ ਇਹ ਕਿ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਦੀ ਲਾਜ ਰੱਖਣ ਲਈ ਵੀ ਆਪਾਂ ਕਿਉਂ ਆਪਸ ਵਿੱਚ ਲੜਨਾ ਹੈ, ਤੇ ਉਹ ਨਿਰਮੋਹਗੜ੍ਹ ਵਿੱਚ ਚਲੇ ਗਏ। ਪਰ ਉਹ ਕਿੱਥੇ, ਉਹ ਝੂਠੀਆਂ ਸਹੁੰਆਂ ਸਨ, ਚਾਲ ਕਰਕੇ ਉਹਨਾਂ ਨੇ ਇਹ ਚਾਲ ਚੱਲੀ ਸੀ ਚਲਾਕੀ ਦੇ ਨਾਲ। ਤਾਂ ਜਿਉਂ ਹੀ ਸਤਿਗੁਰੂ ਜੀ ਗਏ, ਉਹਨਾਂ ਨੇ ਆਨੰਦਪੁਰ ਨੂੰ ਲੁੱਟ ਲਿਆ। ਤੇ ਸਿਰਫ ਇਹੀ ਨਹੀਂ ਕੀਤਾ, ਫਿਰ ਨਿਰਮੋਹਗੜ੍ਹ ਵੀ ਆ ਪਏ। ਉੱਥੇ ਫਿਰ ਗਹਿ-ਗੱਜ ਯੁੱਧ ਹੋਇਆ, ਰਾਜੇ ਫਿਰ ਨਾ ਜਿੱਤ ਸਕੇ ਤਾਂ ਉੱਥੋਂ ਹੀ ਉਹਨਾਂ ਨੇ ਸਰਹੰਦ ਦੇ ਸੂਬੇ ਨੂੰ ਸੁਨੇਹਾ ਭੇਜਿਆ, ਉਹਨੇ ਵੀ ਥੋੜੀ ਜਿਹੀ ਫੌਜ, ਇੱਕ ਦਸਤਾ ਭੇਜਿਆ, ਪਰ ਫਿਰ ਵੀ ਵਾਹ ਨਾ ਚੱਲੀ। ਤੇ ਜਦੋਂ ਸਿੰਘਾਂ ਨੇ ਸੂਰਬੀਰਤਾ ਵਿਖਾਈ ਤਾਂ ਫਿਰ ਉਸ ਤੋਂ ਬਾਅਦ ਉਹ ਭੱਜ ਨਿਕਲੇ। ਤੋ ਸਤਿਗੁਰੂ ਜੀ ਨੂੰ ਉਦੋਂ ਤੱਕ ਵਿਸਾਲੀ ਦੇ ਰਾਜੇ ਵੱਲੋਂ ਸੁਨੇਹਾ ਆ ਚੁੱਕਾ ਸੀ ਕਿ ਤੁਸੀਂ ਇੱਥੇ ਕੈਲੂਰੀਆ ਤੰਗ ਕਰਦਾ, ਤੁਸੀਂ ਕੁਝ ਸਮੇਂ ਲਈ ਮੇਰੇ ਕੋਲ ਆ ਜਾਓ। ਤਾਂ ਉਹ ਵਿਸਾਲੀ ਦੇ ਵਾਲੇ ਪਾਸੇ ਨੂੰ ਤੁਰ ਪਏ। ਤਾਂ ਜਦੋਂ ਉੱਥੇ ਪਹੁੰਚਦੇ ਰਸਤੇ 'ਚ ਕਲਮੋਟ ਦੇ ਸਥਾਨ ਤੇ ਫਿਰ ਯੁੱਧ ਹੁੰਦਾ ਹੈ, ਤੇ 2 ਥਾਵਾਂ ਵਿਸਾਲੀ ਤੋਂ ਨਿਕਲਣ ਤੇ ਵੀ ਫਿਰ ਯੁੱਧ ਹੁੰਦਾ ਹੈ। ਤੇ ਸਤਿਗੁਰੂ ਜੀ ਨੇ ਕੁਝ ਸਮੇਂ ਲਈ ਆਨੰਦਪੁਰ ਨੂੰ ਖੁੱਲਾ ਛੱਡਣਾ ਹੀ ਬਿਹਤਰ ਸਮਝਿਆ ਹੋਵੇਗਾ। ਤਾਂ ਉਦੋਂ ਉੱਥੇ ਵੀ ਨਾਲ ਯੁੱਧ ਹੋਏ। ਤਾਂ ਇਹ ਸਾਰੇ ਯੁੱਧਾਂ ਦੇ ਬਾਰੇ ਜੋ ਇਹ ਕਵੀ ਹੈ, ਇਹ ਇੱਕੋ ਹੀ ਚੈਪਟਰ ਦੇ ਵਿੱਚ ਸਾਨੂੰ ਸਾਰਿਆਂ ਯੁੱਧਾਂ ਦਾ ਉਹ ਦੱਸ ਦਿੰਦਾ ਹੈ। ਪਹਿਲੇ ਇੱਕ ਚੈਪਟਰ ਵਿੱਚ ਆਨੰਦਪੁਰ ਸਾਹਿਬ ਦਾ, ਤੇ ਉਸ ਤੋਂ ਬਾਅਦ ਨਿਰਮੋਹਗੜ੍ਹ, ਵਿਸਾਲੀ, ਕਲਮੋਟ ਦੇ ਯੁੱਧਾਂ ਦਾ ਇੱਕ ਚੈਪਟਰ ਦੇ ਵਿੱਚ ਬੜਾ ਸੰਖੇਪ ਜਿਹਾ ਜ਼ਿਕਰ ਕਰ ਦਿੰਦਾ ਹੈ। ਤਾਂ ਉਹ ਮੁੱਖ ਤੌਰ ਦੇ ਉੱਤੇ ਸਤਿਗੁਰੂ ਜੀ ਦੀ ਵੀਰਤਾ ਨੂੰ ਪ੍ਰਗਟ ਕਰ ਰਿਹਾ ਸੀ, ਉਹਨਾਂ ਦੀ ਜਿਹੜੀ ਫੌਜੀ ਸਮਝ ਸੀ, ਜਰਨੈਲੀ ਉਹਨਾਂ ਦੀ ਜੋ ਸਟ੍ਰੈਟਜੀ ਬਣਾਉਣ ਦੀ ਸ਼ਕਤੀ ਸੀ, ਉਹ ਦੱਸ ਰਿਹਾ ਸੀ। ਪਰ ਜਿੱਥੇ ਵੀ ਲੜਾਈ ਆ ਪੈਂਦੀ ਹੈ, ਉੱਥੇ ਸਤਿਗੁਰੂ ਜੀ ਦੇ ਸਿੰਘ ਪੂਰੀ ਵੀਰਤਾ ਨਾਲ ਲੜਦੇ ਹਨ। ਸਤਿਗੁਰੂ ਜੀ ਦੇ ਸਟ੍ਰੈਟਜੀ ਦੇ ਨਾਲ ਮੋਰਚਾਬੰਦੀ ਹੁੰਦੀ ਹੈ ਤੇ ਯੁੱਧ ਜਿੱਤਿਆ ਜਾਂਦਾ। ਤਾਂ ਇਹਨਾਂ ਦੇ ਬਾਅਦ ਉਹ ਸਿੱਧਾ ਹੀ ਇਸ ਤੋਂ ਬਾਅਦ ਆਨੰਦਪੁਰ ਦੇ ਦੂਜੇ ਯੁੱਧ ਤੇ ਜਾ ਕੇ ਪਹੁੰਚ ਜਾਂਦਾ ਹੈ, ਜਿਹੜਾ ਕਿ ਆਖਰੀ ਯੁੱਧ ਅਸੀਂ ਕਹਿੰਦੇ ਹਾਂ ਆਨੰਦਪੁਰ ਸਾਹਿਬ ਦਾ। ਅਸਲ ਵਿੱਚ ਇੱਕ ਯੁੱਧ ਤਾਂ ਨਹੀਂ ਸੀ, ਇਸ ਤੋਂ ਪਹਿਲਾਂ ਛੋਟੀਆਂ-ਛੋਟੀਆਂ ਹੋਰ ਵੀ ਕਈ ਝੜਪਾਂ ਹੋ ਚੁੱਕੀਆਂ ਸਨ। ਤਾਂ ਇਹ ਤਕਰੀਬਨ ਅਸੀਂ ਸਮਝੀਏ ਕਿ 2 ਕੁ ਸਾਲ ਦੇ ਕਰੀਬ ਇਹ ਪ੍ਰੋਸੈਸ ਚੱਲਿਆ। ਪਹਿਲਾਂ ਛੋਟੀਆਂ ਝੜਪਾਂ ਹੁੰਦੀਆਂ ਰਹੀਆਂ, ਤੇ ਫਿਰ ਉਸ ਤੋਂ ਬਾਅਦ ਇੱਕ ਵਾਰੀ ਇਹਨਾਂ ਦੀ ਵੱਡੀ ਜੰਗ ਹੋਈ, ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ 8-9 ਮਹੀਨੇ ਘੇਰਾ ਪਾ ਕੇ ਆਨੰਦਪੁਰ ਸਾਹਿਬ ਦੇ ਉੱਤੇ ਉਹ ਸਾਰਾ ਜਿਹੜਾ ਬਿਰਤਾਂਤ ਹੈ, ਇਹ ਤਕਰੀਬਨ 2 ਸਾਲ ਦੀਆਂ ਘਟਨਾਵਾਂ ਨੂੰ ਇੱਕੋ ਹੀ ਯੁੱਧ ਦੇ ਨਾਮ ਥੱਲੇ ਇਹ ਸਾਰਾ ਜਿਹੜਾ ਹੈ ਉਹ ਬਿਰਤਾਂਤ ਸਾਨੂੰ ਦੱਸ ਦਿੰਦਾ ਹੈ। ਤਾਂ ਇਹ ਜਿਹੜਾ ਦੂਜਾ ਯੁੱਧ ਹੈ, ਇਹਦੇ ਬਾਰੇ ਉਹ ਲਿਖਦਾ ਹੈ। ਤੇ ਫਿਰ ਜਦੋਂ ਅੰਤ ਨੂੰ ਤਕਰੀਬਨ ਉਸੇ ਤਰੀਕੇ ਦੇ ਨਾਲ ਹੀ ਇਹਦਾ ਬਿਰਤਾਂਤ ਹੈ ਜੋ ਅੱਜ ਅਸੀਂ ਆਮ ਮੰਨਦੇ ਹਾਂ। ਤਾਂ ਉਸ ਤੋਂ ਬਾਅਦ ਜਦੋਂ ਸਤਿਗੁਰੂ ਜੀ ਨਿਕਲਦੇ ਹਨ ਛੱਡ ਕੇ, ਤਾਂ ਸ਼ਾਹੀ ਟਿੱਬੀ ਦਾ ਯੁੱਧ, ਕੀਰਤਪੁਰ ਦਾ ਯੁੱਧ, ਤੇ ਫਿਰ ਸਿੱਧਾ ਅਗਲੇ ਇੱਕੋ ਅਧਿਆਏ ਦੇ ਵਿੱਚ ਸ਼ਾਹੀ ਟਿੱਬੀ, ਕੀਰਤਪੁਰ ਦਾ ਭਾਵ ਪਰਿਵਾਰ ਵਿਛੋੜੇ ਦਾ ਯੁੱਧ, ਤੇ ਚਮਕੌਰ ਦਾ ਯੁੱਧ ਦੇ ਦਿੰਦਾ ਹੈ। ਹੁਣ ਇੱਥੇ ਜੋ ਚਮਕੌਰ ਦੇ ਯੁੱਧ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਤਾਂ ਉਹਦੇ ਵਿੱਚ ਸਾਨੂੰ ਇੱਥੇ ਇਹਦੇ ਬਿਰਤਾਂਤ ਦੇ ਵਿੱਚ ਬਹੁਤ ਕੁਝ ਐਸਾ ਮਿਲ ਜਾਂਦਾ ਹੈ ਜਿਹੜਾ ਬਾਕੀਆਂ ਨਾਲੋਂ ਫਰਕ ਹੈ, ਔਰ ਇਹਦੀਆਂ ਕੁਝ ਕੀਤੀਆਂ ਹੋਈਆਂ ਇਸ ਬਿਰਤਾਂਤ ਦੇ ਵਿੱਚ
ਜਿਹੜੀਆਂ ਗਲਤੀਆਂ ਹਨ ਉਹਨਾਂ ਦੇ ਬਾਰੇ ਵੀ ਸਾਨੂੰ ਚਾਨਣਾ ਮਿਲਦਾ ਹੈ ਕਿ ਕਈ ਥਾਵਾਂ ਦੇ ਉੱਤੇ ਜਿੱਥੇ ਇਹਨਾਂ ਨੇ ਮੁਗਾਲਤਾ ਖਾਧਾ ਕਵੀ ਜੀ ਨੇ, ਤਾਂ ਉਹਦੇ ਬਾਰੇ ਸਭ ਤੋਂ ਵੱਡੀ ਜਿਹੜੀ ਮਿਸਟੇਕ ਹੈ, ਇੱਕ ਤਾਂ ਉਹ ਬਾਬਾ ਅਜੀਤ ਸਿੰਘ ਜੀ ਦੇ ਨਾਮ ਬਾਰੇ ਪੂਰੇ ਪੁਸਤਕ ਦੇ ਵਿੱਚ ਹੀ ਬੜੇ ਟਪਲੇ ਖਾਂਦਾ ਹੈ। ਹਾਲਾਂਕਿ ਨਾਮ ਤਾਂ ਉਹ ਪਹਿਲਾਂ ਅਜੀਤ ਸਿੰਘ ਦਿੰਦਾ ਹੈ, ਫਿਰ ਕਈ ਥਾਵਾਂ ਦੇ ਉੱਤੇ ਉਹ ਜੀਤ ਸਿੰਘ ਲਿਖਦਾ ਹੈ ਤੇ ਕਈ ਥਾਵਾਂ ਤੇ ਰਣਜੀਤ ਸਿੰਘ ਵੀ ਲਿਖਦਾ ਹੈ। ਪਰ ਇਹਦੇ ਵਿੱਚ ਬਹੁਤਾ ਟਪਲਾ ਨਹੀਂ ਲੱਗਦਾ, ਕਿਉਂਕਿ ਉਹ ਸਾਨੂੰ ਸਪਸ਼ਟ ਹੋ ਜਾਂਦਾ ਪੜ੍ਹਨ ਤੋਂ ਕਿ ਗੱਲ ਤਾਂ ਉਸੇ ਸਾਹਿਬਜ਼ਾਦੇ ਦੀ ਹੀ ਕਰ ਰਿਹਾ ਹੈ। ਤੋ ਬਾਰ-ਬਾਰ ਇੱਕੋ ਯੋਧੇ ਦਾ ਜ਼ਿਕਰ ਤਿੰਨਾਂ ਨਾਵਾਂ ਥੱਲੇ ਕਰਦਾ ਹੈ, ਪਰ ਇੱਥੇ ਇਹਨੂੰ ਇਹ ਮੁਗਾਲਤਾ ਲੱਗਿਆ। ਦੂਜੇ ਸਾਹਿਬਜ਼ਾਦੇ ਜਿਹੜੇ ਚਮਕੌਰ ਦੇ ਵਿੱਚ ਸ਼ਹੀਦ ਹੋਏ, ਜੁਝਾਰ ਸਿੰਘ ਜੀ, ਉਹਨਾਂ ਦੇ ਬਾਰੇ ਉਹਨੇ ਬਿਲਕੁਲ ਉਸੇ ਤਰ੍ਹਾਂ ਹੀ ਲਿਖਿਆ ਕਿ ਪਹਿਲਾਂ ਅਜੀਤ ਸਿੰਘ ਜੀ ਸ਼ਹੀਦ ਹੋਏ, ਉਸ ਤੋਂ ਬਾਅਦ ਜੁਝਾਰ ਸਿੰਘ ਜੀ ਸ਼ਹੀਦ ਹੋਏ। ਹੁਣ ਜਦੋਂ ਚਮਕੌਰ ਦੇ ਯੁੱਧ ਦਾ ਜ਼ਿਕਰ ਕਰਦਾ ਹੈ, ਉਸ ਤੋਂ ਪਹਿਲਾਂ ਪਰਿਵਾਰ ਵਿਛੋੜੇ ਦਾ ਉਹ ਕੋਈ ਰੈਫਰੈਂਸ ਨਹੀਂ ਦਿੰਦਾ। ਉਹ ਇਹੀ ਲਿਖਦਾ ਹੈ ਕਿ ਸਤਿਗੁਰੂ ਜੀ ਇਹ ਤਿੰਨ ਥਾਵਾਂ ਦੇ ਉੱਤੇ ਯੁੱਧ ਉਹਨਾਂ ਨੇ ਕੀਤਾ। ਪਹਿਲਾਂ ਸ਼ਾਹੀ ਟਿੱਬੀ ਦਾ ਯੁੱਧ ਹੋਇਆ, ਜਿਹਦੇ ਵਿੱਚ ਉਦੈ ਸਿੰਘ ਦਾ ਜ਼ਿਕਰ ਕਰਦਾ ਹੈ। ਉਸ ਤੋਂ ਬਾਅਦ ਜਿਹੜਾ ਕੀਰਤਪੁਰ ਦਾ ਯੁੱਧ ਕਹਿੰਦਾ, ਜਿਹਨੂੰ ਅਸੀਂ ਪਰਿਵਾਰ ਵਿਛੋੜੇ ਵਾਲਾ ਸਰਸਾ ਨਦੀ ਦਾ ਯੁੱਧ ਕਹਿ ਸਕਦੇ ਹਾਂ, ਤੇ ਉਸ ਤੋਂ ਬਾਅਦ ਉਹ ਸਿੱਧਾ ਹੀ ਫਿਰ ਉਹ ਚਮਕੌਰ ਸਾਨੂੰ ਲੈ ਜਾਂਦਾ ਹੈ। ਰਸਤੇ ਦੇ ਬਾਕੀ ਜਿਹੜੇ ਬਿਰਤਾਂਤ ਹਨ, ਇਹ ਕੋਟਲਾ ਨਿਹੰਗ ਖਾਨ ਦਾ, ਭਾਈ ਬਚਿੱਤਰ ਸਿੰਘ ਦਾ, ਜਾਂ ਹੋਰ ਕੋਈ ਛੋਟੇ-ਮੋਟੇ ਜਿਹੜੇ ਝੜਪਾਂ ਹੋਈਆਂ ਉਹਨਾਂ ਦਾ ਕੋਈ ਜ਼ਿਕਰ ਉਹ ਨਹੀਂ ਕਰਦਾ। ਉਸ ਤੋਂ ਬਾਅਦ ਉਹ ਕਹਿੰਦਾ ਕਿ ਸਤਿਗੁਰੂ ਜੀ ਸਿੱਧੇ ਚਮਕੌਰ ਦੇ ਵਿੱਚ ਪਹੁੰਚ ਗਏ। ਤਾਂ ਉੱਥੇ ਜੋ ਬਿਰਤਾਂਤ ਦਿੰਦਾ ਹੈ ਉਸੇ ਤਰ੍ਹਾਂ ਹੀ ਦਿੰਦਾ ਹੈ, ਲੇਕਿਨ ਉੱਥੇ ਦੋ ਸਾਹਿਬਜ਼ਾਦਿਆਂ ਦਾ ਜ਼ਿਕਰ ਕਰਨ ਤੋਂ ਬਾਅਦ ਇੱਕੋ ਜਿਹੜੀ ਗੱਲ ਲਿਖਦਾ ਹੈ, ਜਿਹਦਾ ਅੱਗੇ ਜਾ ਕੇ ਸਾਨੂੰ ਸਮਝ ਲੱਗੇਗੀ ਕਿ ਉਹਨੂੰ ਕਿਉਂ ਟਪਲਾ ਲੱਗਾ। ਉੱਥੇ ਉਹ ਲਿਖਦਾ ਹੈ ਕਿ ਜ਼ੋਰਾਵਰ ਸਿੰਘ ਉਸ ਯੁੱਧ ਦੇ ਵਿੱਚੋਂ ਜਿਹੜਾ ਆਪਣਾ ਸਮਾਂ ਕੱਢ ਕੇ ਘੇਰਾ ਤੋੜ ਕੇ ਉਹ ਜ਼ੋਰਾਵਰ ਸਿੰਘ ਨਿਕਲ ਜਾਂਦਾ। ਇਹ ਅਸਲ ਦੇ ਵਿੱਚ ਕਵੀ ਨੂੰ ਟਪਲਾ ਲੱਗਾ ਹੈ ਇੱਕ ਹੋਰ ਜ਼ੋਰਾਵਰ ਸਿੰਘ, ਜਿਹੜਾ ਕਿ ਭਾਈ ਬਾਬਾ ਜ਼ੋਰਾਵਰ ਸਿੰਘ ਦਾ ਹਾਣੀ ਸੀ ਅਤੇ ਗੁਰੂ ਸਾਹਿਬ ਦੀ ਇੱਕ ਦਰਬਾਰ ਦੀ ਸੇਵਕਾ ਦਾ ਪੁੱਤਰ ਸੀ। ਤੇ ਉਹਦੇ ਨਾਲ ਉਹ ਟਪਲਾ ਖਾਂਦਾ ਹੈ, ਤੇ ਉਹ ਅਖੀਰ ਤੱਕ ਜਿਹੜਾ ਕਿ ਉਹ ਪਿੱਛੋਂ ਜਾ ਕੇ ਕੁਝ ਹੋਰ ਸਮੇਂ ਦੇ ਬਾਅਦ ਜਿਹੜਾ ਸ਼ਹੀਦ ਹੁੰਦਾ ਹੈ ਰਾਜਸਥਾਨ ਦੇ ਵਿੱਚ ਸਤਿਗੁਰੂ ਜੀ ਦੇ ਕੋਲ ਜਾ ਕੇ। ਇਹ ਉਹਦੇ ਨਾਲ ਕਨਫਿਊਜ਼ਨ ਦੇ ਵਿੱਚ ਇਹਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਇਹ ਕਿਸ ਤਰ੍ਹਾਂ ਹੋਇਆ, ਕਿਉਂਕਿ ਇਹ ਇਮੀਡੀਏਟਲੀ ਇਹਨਾਂ ਘਟਨਾਵਾਂ ਤੋਂ ਬਾਅਦ ਲਿਖੀ ਗਈ ਹੈ, ਸ਼ਾਇਦ ਉਹਦੇ ਕੋਲ ਪੂਰਾ ਬਿਰਤਾਂਤ ਨਹੀਂ ਪਹੁੰਚਿਆ। ਤਾਂ ਇਸ ਕਰਕੇ ਇਹ ਲਿਖਦਾ ਹੈ ਕਿ ਜ਼ੋਰਾਵਰ ਸਿੰਘ ਅੰਦਰੋਂ ਘੇਰਾ ਤੋੜ ਕੇ ਪਹੁੰਚ ਗਿਆ, ਤੇ ਉਸ ਤੋਂ ਬਾਅਦ ਚੁੱਕੇ ਇਹਨੂੰ ਇਹ ਵੀ ਉਦੋਂ ਤੱਕ ਸ਼ਾਇਦ ਬਿਰਤਾਂਤ ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰੀ ਜੀ ਦਾ ਪਕੜੇ ਜਾਣ ਦਾ, ਗੰਗੂ ਵਾਲੀ ਜਿਹੜੀ ਸਾਖੀ ਹੈ, ਜਾਂ ਇਹ ਸਾਰਾ ਬਿਰਤਾਂਤ ਅਜੇ ਤੱਕ ਨਹੀਂ ਪਹੁੰਚ ਸਕਿਆ ਜਾਪਦਾ, ਕਿਉਂਕਿ ਬਹੁਤ ਛੇਤੀ ਇਹ ਗ੍ਰੰਥ ਲਿਖਿਆ ਗਿਆ ਉਸ ਤੋਂ ਬਾਅਦ। ਤਾਂ ਉਹ ਇਸ ਤਰ੍ਹਾਂ ਲਿਖਦਾ ਹੈ ਕਿ ਦੋ ਸਾਹਿਬਜ਼ਾਦਿਆਂ ਨੂੰ ਉੱਥੋਂ ਪਕੜ ਕੇ ਸਰਹੰਦ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਨਾ ਹੀ ਉਹਨਾਂ ਦੀ ਸ਼ਹੀਦੀ ਦਾ ਬਿਰਤਾਂਤ ਕੰਧਾਂ ਵਿੱਚ ਚਿਣਨ ਦਾ ਬਿਰਤਾਂਤ ਲਿਖਦਾ ਹੈ। ਉੱਥੇ ਕੇਵਲ ਇਤਨਾ ਲਿਖਦਾ ਹੈ ਕਿ ਉੱਥੇ ਦੋ ਸਾਹਿਬਜ਼ਾਦੇ ਲਿਜਾਏ ਗਏ, ਜਿੱਥੇ ਜਾ ਕੇ ਫਿਰ ਨਾਂ ਦਾ ਟਪਲਾ ਖਾ ਜਾਂਦਾ, ਉੱਥੇ ਫਤਿਹ ਸਿੰਘ ਤੇ ਜੁਝਾਰ ਸਿੰਘ ਨਾਮ ਲਿਖ ਦਿੰਦਾ ਹੈ। ਤਾਂ ਇਹ ਕੁਝ ਗਲਤੀਆਂ ਹਨ ਜਿਹੜੀਆਂ ਇਸ ਬਿਰਤਾਂਤ ਦੇ ਵਿੱਚ, ਇਸ ਪੁਸਤਕ ਦੇ ਵਿੱਚ ਸਾਨੂੰ ਬਾਰ-ਬਾਰ ਮਿਲਦੀਆਂ ਹਨ। ਇੱਕ ਹੋਰ ਜਿਹੜਾ ਫਰਕ ਸਾਨੂੰ ਚਮਕੌਰ ਸਾਹਿਬ ਦੇ ਯੁੱਧ ਦੇ ਵਿੱਚੋਂ ਮਿਲਦਾ ਹੈ, ਉਹ ਇਹ ਲਿਖਦਾ ਹੈ ਕਿ ਭਾਈ ਸੰਤ ਸਿੰਘ ਜੀ ਜਦੋਂ ਮਾਰੇ ਗਏ, ਤਾਂ ਉਸ ਵੇਲੇ ਸਤਿਗੁਰੂ ਜੀ ਆਪ ਹੀ ਉੱਥੇ ਅੰਦਰ ਮੌਜੂਦ ਸਨ ਚਮਕੌਰ ਦੇ ਵਿੱਚ। ਜਿਹੜਾ ਰਾਤ ਨੂੰ ਪੰਜ ਸਿੰਘਾਂ ਨੇ ਸਤਿਗੁਰੂ ਜੀ ਨੂੰ ਹੁਕਮ ਦਿੱਤਾ ਚਮਕੌਰ ਦੀ ਗੜੀ ਛੱਡ ਕੇ ਜਾਣ ਦਾ, ਉਹਦਾ ਇਹ ਕੋਈ ਜ਼ਿਕਰ ਨਹੀਂ ਕਰਦਾ। ਉਹਦੀ ਥਾਂ ਦੇ ਉੱਤੇ ਇਹ ਇਸ ਤਰ੍ਹਾਂ ਲਿਖਦਾ ਹੈ ਕਿ ਸਤਿਗੁਰੂ ਜੀ ਜਦੋਂ ਸੰਤ ਸਿੰਘ ਜੀ ਸ਼ਹੀਦ ਹੋ ਗਏ, ਤਾਂ ਖੁਦ ਕਮਾਨ ਹੱਥ ਵਿੱਚ ਲੈ ਕੇ ਘੋੜੇ ਤੇ ਸਵਾਰ ਹੋ ਕੇ ਮੈਦਾਨ ਵਿੱਚ ਆ ਗਏ ਤੇ ਤੀਰਾਂ ਦੀ ਵਰਖਾ ਕਰਦੇ ਹੋਏ ਨਿਕਲ ਗਏ। ਤੋ ਇੱਥੋਂ ਨਿਕਲਣ ਤੋਂ ਬਾਅਦ ਜਦੋਂ ਉਹ ਸਿੱਧਾ ਹੀ ਉਸ ਤੋਂ ਬਾਅਦ ਸਤਿਗੁਰੂ ਜੀ ਨੂੰ ਬਰਾੜਾਂ ਦੇ ਇਲਾਕੇ ਮੁਕਤਸਰ ਦੇ ਕੋਲ ਜਾ ਕੇ ਉਹ ਉਸ ਇਲਾਕੇ ਦੇ ਵਿੱਚ ਮਾਲਵੇ ਦੇ ਵਿੱਚ ਉਹਨਾਂ ਦਾ ਆਗਮਨ ਦਿਖਾ ਦਿੱਤਾ। ਤੋ ਇੱਥੇ ਵੀ ਇਹ ਜਾਪਦਾ ਹੈ ਕਿ ਉਸ ਸਮੇਂ ਦੇ ਕਨਫਿਊਜ਼ਨ ਹੈ, ਕਿਉਂਕਿ ਨਵੇਂ-ਨਵੇਂ ਹਾਲਾਤ ਸਨ ਜਦੋਂ ਇਹ ਗ੍ਰੰਥ ਲਿਖਿਆ ਗਿਆ, ਉਹਨੂੰ ਇਹ ਸਮਝ ਨਹੀਂ ਲੱਗੀ ਹੋਣੀ ਕਿ ਸਤਿਗੁਰੂ ਜੀ ਰਾਤ ਨੂੰ ਨਿਕਲੇ, ਕਿਸ ਤਰ੍ਹਾਂ ਨਿਕਲੇ। ਤਾਂ ਉਹਨੂੰ ਜੋ ਆਪਣਾ ਠੀਕ ਲੱਗਿਆ ਉਹਨੇ ਉਸ ਤਰੀਕੇ ਨਾਲ ਇਹ ਲਿਖ ਦਿੱਤਾ ਕਿ ਸਤਿਗੁਰੂ ਜੀ ਆਪ ਹੀ ਤੀਰਾਂ ਦੀ ਵਰਖਾ ਕਰਦੇ ਹੋਏ ਨਿਕਲ ਗਏ। ਪਰ ਇਹ ਸਾਰੀਆਂ ਗੱਲਾਂ ਬਾਰੇ ਅਸੀਂ ਸਾਰੇ ਇਤਿਹਾਸਕ ਹੋਰ ਜਿਹੜੇ ਸਾਡੇ ਕੋਲ ਉਹ ਸਮਕਾਲੀ ਸਰੋਤ ਸਨ, ਸਰਕਾਰੀ ਰਿਕਾਰਡ ਆਦਿਕਾਂ ਤੋਂ ਜੋ ਸਾਨੂੰ ਸੂਚਨਾ ਮਿਲਦੀ ਆ, ਉਹਨਾਂ ਸਾਰਿਆਂ ਦੇ ਬਾਰੇ
ਸਾਨੂੰ ਇਹ ਪੂਰੇ ਵਾਕਿਆ ਜਿਹੜੇ ਅੱਜ ਪਤਾ ਨੇ, ਉਹ ਸਾਰੇ ਇਤਿਹਾਸਕ ਤੌਰ ਦੇ ਉੱਤੇ ਪ੍ਰੂਵਨ ਨੇ ਕਿ 2 ਸਾਹਿਬਜ਼ਾਦੇ ਜਿਹੜੇ ਹਨ, ਉਹ ਚਮਕੌਰ ਦੇ ਵਿੱਚ ਸ਼ਹੀਦ ਹੋਏ। ਸਤਿਗੁਰੂ ਜੀ ਰਾਤ ਨੂੰ ਗੜ੍ਹੀ ਛੱਡ ਕੇ ਤੇ ਫਿਰ ਮਾਛੀਵਾੜੇ ਗਏ, ਤੇ ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਨਿਕਲੇ, ਤੇ ਫਿਰ ਅੱਗੇ ਉਹ ਮਾਲਵੇ ਦੇ ਵਿੱਚ ਪਹੁੰਚਦੇ ਹਨ। ਇਹ ਸਾਰਾ ਬਿਰਤਾਂਤ ਸਾਨੂੰ ਪਤਾ ਹੈ, ਜਿਹੜਾ ਕਿ ਹੋਰ ਬਹੁਤ ਸਾਰੀਆਂ ਥਾਵਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਵੀ ਸਾਨੂੰ ਕੋਈ ਕਨਫਿਊਜ਼ਨ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਉੱਥੇ ਪਹੁੰਚਾਇਆ ਗਿਆ ਤੇ ਕਿਸ ਤਰ੍ਹਾਂ ਸ਼ਹੀਦ ਹੋਏ। ਅੱਜ-ਕੱਲ੍ਹ ਉਹਨਾਂ ਦੇ ਸ਼ਹੀਦੀ ਦੇ ਦਿਨਾਂ ਦੇ ਹੀ ਅਸੀਂ ਗਾਥਾ ਸੁਣ ਰਹੇ ਹਾਂ ਬਾਰ-ਬਾਰ, ਇਹੀ ਦਿਨ ਚੱਲ ਰਹੇ ਹਨ। ਤੋ ਇਹ ਸਾਰਾ ਸ਼ਹੀਦੀ ਬਿਰਤਾਂਤ ਜਿਹੜਾ ਹੈਗਾ, ਇਹਦੇ ਬਾਰੇ ਕੋਈ ਹੁਣ ਕਨਫਿਊਜ਼ਨ ਨਹੀਂ ਹੈ। ਪਰ ਇਸ ਕਵੀ ਨੇ ਜਿਹੜਾ ਬਿਰਤਾਂਤ ਲਿਖਿਆ ਹੈ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਚੂੰਕਿ ਉਹ ਆਪ ਮੌਕੇ ਤੇ ਹਾਜ਼ਰ ਨਹੀਂ ਸੀ, ਉਹਨੂੰ ਜਿਸ ਤਰ੍ਹਾਂ ਦੀ ਸੂਚਨਾ ਮਿਲੀ, ਉਹਨੇ ਉਸ ਤਰ੍ਹਾਂ ਦਾ ਲਿਖ ਦਿੱਤਾ, ਤੇ ਉਹਦੇ ਵਿੱਚ ਕਾਫੀ ਕਮੀਆਂ ਹਨ ਜਿਹੜੀਆਂ ਉਹ ਸਾਨੂੰ ਉਜਾਗਰ ਕਰਨੀਆਂ ਬਣਦੀਆਂ ਸਨ। ਇਸ ਦੀ ਪੜਚੋਲ ਕਰਨ ਲੱਗਿਆ ਉਹ ਆਪ ਜੀ ਦੇ ਨਾਲ ਕੁਝ ਸਾਂਝੀਆਂ ਕੀਤੀਆਂ ਹਨ। ਇਸ ਤੋਂ ਅੱਗੇ ਹੁਣ ਅਸੀਂ ਮਾਲਵੇ ਦੇ ਵਿੱਚ ਸਤਿਗੁਰੂ ਜੀ ਦਾ ਇਹ ਕਿਸ ਤਰ੍ਹਾਂ ਬਿਰਤਾਂਤ ਦੱਸਦਾ ਹੈ, ਉਹ ਆਪਾਂ ਅਗਲੀ ਵਾਰੀ ਡਿਸਕਸ ਕਰਾਂਗੇ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।